ਸੁਖਬੀਰ ਬਾਦਲ ਨੂੰ 26 ਦੇ ਲਈ ਜਿਹੜਾ ਸਮਨ ਕੀਤਾ ਗਿਆ, ਬੁਲਾਇਆ ਗਿਆ ਕੋਟਕਪੂਰਾ ਗੋਲੀकांड ਦੇ ਸਿਲਸਿਲੇ 'ਚ। ਕੀ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜਿਆ ਜਿਹੜਾ ਗੋਲੀकांड ਦਾ ਮਾਮਲਾ ਹੈ, ਉਹਦੀਆਂ ਸਿੱਧੀਆਂ ਤਾਰਾਂ ਬਾਦਲਾਂ ਨਾਲ ਜਾ ਕੇ ਜੁੜਦੀਆਂ? ਬਿਲਕੁਲ ਜੁੜਦੀਆਂ ਨੇ ਜੀ, ਕਿਉਂਕਿ ਉਸ ਵੇਲੇ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਤੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਨ। ਉਹਦੇ ਤੋਂ ਉਹਨਾਂ ਨੇ ਕਿਹਾ, ਦੇਖੋ ਜੀ ਕਿ ਮੈਂ ਤਾਂ ਕੋਈ ਗੋਲੀ ਚਲਾਉਣ ਦਾ ਆਰਡਰ, ਸ਼ਾਇਦ ਤੁਹਾਨੂੰ ਵੀ ਇਸ ਗੱਲ ਦਾ ਮਤਲਬ ਸਾਰਿਆਂ ਨੂੰ ਆਪਾਂ ਨੂੰ ਜਾਣਕਾਰੀ ਹੋਏਗੀ ਕਿ ਉਹਨਾਂ ਨੇ ਕਿਹਾ ਕਿ ਮੈਂ ਗੋਲੀ ਚਲਾਉਣ ਦਾ ਆਰਡਰ ਨਹੀਂ ਕੀਤਾ। ਤੇ ਹੁਣ ਇਸ ਤੋਂ ਬਾਅਦ ਫਿਰ ਜਿਵੇਂ ਪਹਿਲਾਂ ਵੀ ਪਹਿਲੀ SIT ਨੇ ਵੀ ਉਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਕੀਤੀ, ਬਤੌਰ ਗ੍ਰਹਿ ਮੰਤਰੀ ਇਹਨਾਂ ਨੇ ਹੁਕਮ ਦਿੱਤਾ ਗੋਲੀ ਚਲਾਉਣ ਦਾ ਜਾਂ ਇਹਨਾਂ ਤੋਂ ਬਿਨਾਂ ਪੁੱਛਿਆ ਗੋਲੀ ਚਲਾਈ ਗਈ? ਅਸਲ ਦੋਸ਼ੀ ਜਿਹੜਾ ਬਾਰ-ਬਾਰ ਤੁਸੀਂ ਜੋੜ ਦੇ ਕੇ ਕਹਿ ਰਹੇ ਹੋ ਸਵੈ ਸਾਹਿਬ, ਅਸਲ ਦੋਸ਼ੀਆਂ ਤੋਂ ਕੀ ਭਾਵ ਆ ਤੁਹਾਡਾ? ਅਸਲ ਦੋਸ਼ੀ ਹੀ ਹੁੰਦੇ ਆ ਜਿਹੜੇ ਦੋਸ਼ੀ, ਤਾਂ ਅਸਲ ਦੋਸ਼ੀ ਹੁੰਦੇ ਆ, ਨਕਲੀ ਦੋਸ਼ੀ ਤਾਂ ਹੁੰਦੇ ਨਹੀਂ। ਅਸਲ ਦੋਸ਼ੀ ਦੇਖੋ, ਕੋਈ ਵੀ ਜਿਹੜਾ ਕਲੇਰ ਸਾਹਿਬ ਬੈਠੇ ਨੇ ਇੱਥੇ, ਮਹਿੰਦਰ ਸਿੰਘ ਜੀ ਬੈਠੇ ਨੇ, ਇਹ ਸਾਰੇ ਜਾਣਦੇ ਨੇ ਕਿ ਕੋਟਕਪੂਰਾ ਗੋਲੀकांड ਦੀਆਂ ਜਿਹੜੀਆਂ ਤਾਰਾਂ ਸਿੱਧੀਆਂ ਤੌਰ ਤੇ ਬਾਦਲਾਂ ਨਾਲ ਜਾ ਕੇ ਜੁੜਦੀਆਂ, ਔਰ ਛੇਤੀ ਜਿਹੜਾ ਹੈਗਾ ਅਸਲ ਦੋਸ਼ੀ ਕੌਣ ਆ, ਉਹ ਕਹਿੰਦੇ ਅਸਲ ਦੋਸ਼ੀ ਉਹ ਹੋਏਗਾ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਪਹਿਲਾਂ ਤਾਂ ਇੱਕ ਗੱਲ ਇਹ ਕਲੀਅਰ ਕਰਦੇ ਹਾਂ ਕਿ ਜਿਹੜੀ ਇਹ ਜਾਂਚ ਹੈ ਇਹ ਚੱਲ ਰਹੀ ਹੈ ਕੋਟਕਪੂਰਾ ਗੋਲੀकांड ਦੀ, ਔਰ ਤੁਸੀਂ ਇਹ ਗੱਲ ਦੇਖੋ ਕਿ ਜਿਹੜੀ ਸਰਕਾਰ ਹੈ ਇਹਦੇ ਲਈ ਨਾ ਤਾਂ ਬੇਅਦਬੀਆਂ ਦੀ ਜਾਂਚ ਦੀ ਉਨੀ ਇੰਪੋਰਟੈਂਸ ਹੈ, ਨਾ ਬਹਿਬਲ ਕਲਾਂ ਦੀ ਜਾਂਚ ਦੀ ਇੰਪੋਰਟੈਂਸ ਹੈ। ਕੱਲੀ ਕੋਟਕਪੂਰਾ ਦੀ ਜਾਂਚ ਦੇ ਉੱਤੇ ਸਾਰਾ ਐਮਫੈਸਿਸ ਹੈ, ਕਿਉਂਕਿ ਉੱਥੇ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਤ ਨੂੰ ਉੱਥੇ ਅਫਸਰਾਂ ਨਾਲ ਗੱਲ ਕੀਤੀ, ਜਿੱਤੇ ਹਾਈ ਕੋਰਟ ਬਿਲਕੁਲ ਇੱਕ ਟਿੱਪਣੀ ਦੇ ਚੁੱਕੇ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ, ਮਾਮਲਾ ਇੱਕ ਵਾਰ ਪੂਰੀ ਤਰ੍ਹਾਂ ਭਖਿਆ ਨਜ਼ਰ ਆ ਰਿਹਾ ਹੈ। ਵਜ੍ਹਾ ਬੜੀ ਸਾਫ਼ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਜਿਹੜੀ ਨਵੀਂ ਸਿੱਟ ਹੈ, ਉਹਨਾਂ ਨੇ ਕੋਟਕਪੂਰਾ ਗੋਲੀकांड ਦੇ ਸਿਲਸਿਲੇ 'ਚ ਗੱਲਬਾਤ ਕੀਤੀ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਨਵੀਂ ਸਿੱਟ ਨੇ ਪੁੱਛਗਿੱਛ ਲਈ 26 ਤਰੀਕ ਦਾ ਦਿੱਤਾ ਸਮਾਂ। ਗੱਲ ਕੇਵਲ ਜਿਹੜੀ ਅਕਾਲੀ ਦਲ ਦੀ ਨਹੀਂ, ਜੇ ਹਾਕਮ ਧਿਰ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਉਹਦੇ 'ਚ ਕੀ ਕੁਝ ਹੋ ਰਿਹਾ ਹੈ। ਨਵਜੋਤ ਸਿੱਧੂ ਹੈ, ਪ੍ਰਗਟ ਸਿੰਘ ਹੈ, ਕਈ ਹੋਰ ਨੇਤਾ ਜਿਹੜੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਨਿਆਂ ਲਈ ਆਵਾਜ਼ ਉਠਾ ਰਹੇ ਹੈ। ਮਾਮਲਾ ਇਸ ਤੋਂ ਵੀ ਇੱਕ ਕਦਮ ਅੱਗੇ ਚਲਾ ਗਿਆ। ਹੁਣ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ, ਉਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਜਿਹੜਾ 18 ਨਕਾਤੀ ਏਜੰਡਾ ਦਿੱਤਾ ਗਿਆ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਨਿਆਂ ਦੇਣ ਦਾ ਜਿਹੜਾ ਵਾਅਦਾ ਹੈ ਉਹ ਵੀ ਸ਼ਾਮਲ ਹੈ। ਇਸ ਅਹਿਮ ਤੇ ਭਾਵੁਕ ਤੇ ਨਾਜ਼ੁਕ ਮੁੱਦੇ ਤੇ ਮੇਰੇ ਨਾਲ ਪੈਨਲ ਤੇ ਜਿਹੜੀਆਂ ਹਸਤੀਆਂ ਜੁੜ ਚੁੱਕੀਆਂ, ਸੁਰਜੀਤ ਸਿੰਘ ਸਵੈਜ ਜੀ ਨੇ, ਕਾਂਗਰਸ ਪਾਰਟੀ ਦੇ ਬੁਲਾਰੇ, ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਅਮਰਿੰਦਰ ਸਿੰਘ ਜੀ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸੰਯੁਕਤ ਅਕਾਲੀ ਦਲ ਦੇ ਬੁਲਾਰੇ। ਤਿੰਨੇ ਮਹਿਮਾਨਾਂ ਨੂੰ ਆਪਾਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਸਵੈਜ ਜੀ, ਕਹਦੇ ਮੁਤਾਬਕ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰ੍ਹਾਂ ਨਵੀਂ ਸਿੱਟ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਜੀ ਸੁਖਬੀਰ ਬਾਦਲ ਨੂੰ 26 ਦੇ ਲਈ ਜਿਹੜਾ ਸਮਨ ਕੀਤਾ ਗਿਆ, ਬੁਲਾਇਆ ਗਿਆ ਕੋਟਕਪੂਰਾ ਗੋਲੀकांड ਦੇ ਸਿਲਸਿਲੇ 'ਚ, ਕੀ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜਿਆ ਜਿਹੜਾ ਗੋਲੀकांड ਦਾ ਮਾਮਲਾ ਹੈ, ਉਹਦੀਆਂ ਸਿੱਧੀਆਂ ਤਾਰਾਂ ਬਾਦਲਾਂ ਨਾਲ ਜਾ ਕੇ ਜੁੜਦੀਆਂ? ਕਿਉਂਕਿ ਲਗਾਤਾਰ ਦੂਜੀ ਵਾਰ ਛੋਟੇ ਤੇ ਵੱਡੇ ਬਾਦਲਾਂ ਨੂੰ ਬੁਲਾਇਆ ਗਿਆ। ਜੀ ਸਵੈ ਸਾਹਿਬ। ਬਿਲਕੁਲ ਜੁੜਦੀਆਂ ਨੇ ਜੀ, ਕਿਉਂਕਿ ਉਸ ਵੇਲੇ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਤੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਨ। ਤੇ ਜੋ ਰਿਪੋਰਟਾਂ ਆਈਆਂ ਨੇ ਹੁਣ ਤੱਕ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੀ ਉਹਨਾਂ ਨੇ SIT ਨੇ ਪੁੱਛਗਿੱਛ ਕੀਤੀ ਹੈਗੀ ਹੈ ਥੋੜ੍ਹੇ ਦਿਨ ਪਹਿਲਾਂ, ਉਹਦੇ ਤੋਂ ਉਹਨਾਂ ਨੇ ਕਿਹਾ, ਦੇਖੋ ਜੀ ਕਿ ਮੈਂ ਤਾਂ ਕੋਈ ਗੋਲੀ ਚਲਾਉਣ ਦਾ ਆਰਡਰ, ਸ਼ਾਇਦ ਤੁਹਾਨੂੰ ਵੀ ਇਸ ਗੱਲ ਦਾ ਮਤਲਬ ਸਾਰਿਆਂ ਨੂੰ ਆਪਾਂ ਨੂੰ ਜਾਣਕਾਰੀ ਹੋਏਗੀ ਕਿ ਉਹਨਾਂ ਨੇ ਕਿਹਾ ਕਿ ਮੈਂ ਗੋਲੀ ਚਲਾਉਣ ਦਾ ਆਰਡਰ ਨਹੀਂ ਕੀਤਾ। ਤੇ ਹੁਣ ਇਸ ਤੋਂ ਬਾਅਦ ਫਿਰ ਜਿਵੇਂ ਪਹਿਲਾਂ ਵੀ ਪਹਿਲੀ SIT ਨੇ ਵੀ ਉਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਕੀਤੀ,
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਦੱਸਣਗੇ ਬਤੌਰ ਗ੍ਰਹਿ ਮੰਤਰੀ ਇਹਨਾਂ ਨੇ ਹੁਕਮ ਦਿੱਤਾ ਗੋਲੀ ਚਲਾਉਣ ਦਾ ਜਾਂ ਇਹਨਾਂ ਤੋਂ ਬਿਨਾਂ ਪੁੱਛਿਆਂ ਗੋਲੀ ਚਲਾਈ ਗਈ? ਕਿਉਂਕਿ ਜੋ ਰਿਕਾਰਡ ਸਾਬਤ ਕਰਦਾ ਹੈ ਕਿ ਤਕਰੀਬਨ 150 ਤੋਂ ਜ਼ਿਆਦਾ ਜਿਹੜੀਆਂ ਉਸ ਵੇਲੇ ਰਾਤ ਨੂੰ ਜਿਹੜੀਆਂ ਕਾਲਸ ਹੋਈਆਂ ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇਹਨਾਂ ਨਾਲ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਨਾਲ। ਉਸ ਵੇਲੇ ਦੇ ਜਿਹੜੇ ਡੀਜੀਪੀ ਸੁਬੇ ਸਿੰਘ ਸੈਣੀ ਸੀਗੇ, ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਉੱਥੇ ਸੀਗੇ, ਮੰਦਾਰ ਸਿੰਘ ਬਰਾੜ ਸੀ, ਤੇ ਇਹ ਸਾਰੀਆਂ ਜਿਹੜੀਆਂ ਤੰਦਾਂ ਨੇ, ਜਿੱਥੋਂ ਹੋਰ ਵੀ ਗੱਲਾਂ ਹੁੰਦੀਆਂ ਨੇ ਕਿ ਕਿਵੇਂ ਕਿਵੇਂ ਦੇਖੋ ਇਹ ਇੱਕ ਜਿਹੜੀ ਹੈਗੀ ਹੈ ਕੋਟਕਪੂਰਾ ਗੋਲੀकांड ਦੀ ਜੋ ਇਹ ਐਸਆਈਟੀ ਤਫਤੀਸ਼ ਕਰ ਰਹੀ ਹੈਗੀ ਹੈ, ਇਹਦੇ ਤੇ ਹੁਣ ਬਿਲਕੁਲ ਮਾਨਯੋਗ ਜੋ ਹਾਈ ਕੋਰਟ ਨੇ ਪਹਿਲੀ ਜਿਹੜੀ ਰਿਪੋਰਟ ਹੈਗੀ ਉਹਨੂੰ ਖਤਮ ਕਰਕੇ ਰਿਕੁਐਸਟ ਕਰਕੇ ਦੁਬਾਰਾ ਕਿ ਇਹ ਕੀਤਾ ਹੈਗਾ ਸਾਰਾ। ਹਾਲਾਂਕਿ ਸਬੂਤ ਤਾਂ ਤਕਰੀਬਨ ਜਿਹੜਾ ਹੈਗਾ ਉਹ ਹੋਣਾ ਉਹੀ ਹੁੰਦਾ ਹੈ, ਲੇਕਿਨ ਹੋਰ ਬਰੀਕੇ ਦੇ ਨਾਲ ਡੂੰਘਾਈ ਦੇ ਵਿੱਚ ਜਾ ਕੇ ਤੇ ਇਹ ਲੱਗਦਾ ਹੈ ਕਿ ਐਸਆਈਟੀ ਬੜੀ ਜਲਦੀ ਜਿਹੜੀ ਹੈਗੀ ਹੈ, ਜਿਹੜੇ ਅਸਲ ਦੋਸ਼ੀ ਨੇ, ਦੇਖੋ ਅਸਲ ਦੋਸ਼ੀ ਉਹ ਨੇ ਜਿਨ੍ਹਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਹੈ, ਤੇ ਲੱਗਦਾ ਇਹ ਹੈ ਕਿ ਅਸਲ ਦੋਸ਼ੀਆਂ ਦੇ ਬਹੁਤ ਨੇੜੇ ਐਸਆਈਟੀ ਪਹੁੰਚ ਗਈ ਹੈਗੀ ਹੈ ਤੇ ਇਹ ਤਫਤੀਸ਼ ਮੁਕੰਮਲ ਕਰਕੇ ਚਲਾਨ ਕੋਰਟ ਦੇ ਵਿੱਚ ਦਾਖਲ ਕੀਤਾ ਜਾਊਗਾ। ਤੇ ਜਿਵੇਂ ਆਪਾਂ ਸਾਰੇ ਪੂਰਾ ਪੰਜਾਬ, ਪੂਰਾ ਸਿੱਖ ਪੰਥ ਪੂਰੇ ਭਾਰਤ ਤੋਂ ਅੱਖਾਂ ਲਾਈ ਬੈਠਾ ਹੈ ਕਿ ਕਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਜਿਹੜੇ ਇਹ ਗੋਲੀकांड ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੈਗੀਆਂ ਤੇ ਉਹ ਜੇਲ੍ਹ ਜਾਣ। ਤੇ ਸਾਨੂੰ ਉਮੀਦ ਹੈ ਕਿ ਇਹ ਜਿਹੜੀ ਜਿਹੜਾ ਬਹੁਤ ਜਲਦੀ ਜਿਹੜੀ ਹੈਗੀ ਹੈ ਅਸਲ ਬਾਰ-ਬਾਰ ਗੱਲ ਹੁੰਦੀ ਜੀ ਜੀ ਅਸਲ ਦੋਸ਼ੀ ਜਿਹੜਾ ਬਾਰ-ਬਾਰ ਤੁਸੀਂ ਜ਼ੋਰ ਦੇ ਕੇ ਕਹਿ ਰਹੇ ਹੋ ਸਵੈਦ ਸਾਹਿਬ, ਅਸਲ ਦੋਸ਼ੀਆਂ ਤੋਂ ਕੀ ਭਾਵ ਆ ਤੁਹਾਡਾ? ਅਸਲ ਦੋਸ਼ੀ ਹੀ ਹੁੰਦੇ ਆ ਜਿਹੜੇ ਦੋਸ਼ੀ ਤਾਂ ਅਸਲ ਦੋਸ਼ੀ ਹੁੰਦੇ ਆ, ਨਕਲੀ ਦੋਸ਼ੀ ਤਾਂ ਹੁੰਦੇ ਨਹੀਂ। ਅਸਲ ਦੋਸ਼ੀ ਦੇਖੋ ਕੋਈ ਵੀ ਜਿਹੜਾ ਕਲੇਰ ਸਾਹਿਬ ਬੈਠੇ ਨੇ ਇੱਥੇ, ਮਹਿੰਦਰ ਸਿੰਘ ਜੀ ਬੈਠੇ ਨੇ, ਇਹ ਸਾਰੇ ਜਾਣਦੇ ਨੇ ਕਿ ਜਿਹੜਾ ਕ੍ਰਿਮੀਨਲ ਲਾਅ ਹੈਗਾ, ਫੌਜਦਾਰੀ ਕਾਨੂੰਨ ਹੈਗਾ, ਉੱਥੇ ਜਿਹੜੀ ਇੰਟੈਂਸ਼ਨ ਹੁੰਦੀ ਹੈ, ਮਨਸ਼ਾ ਹੁੰਦੀ ਹੈ ਕੋਈ ਜੁਰਮ ਕਰਨ ਦੀ, ਸਭ ਤੋਂ ਵੱਡੀ ਉਹ ਗੱਲ ਹੁੰਦੀ ਹੈ। ਜਿਵੇਂ ਆਪਾਂ ਸੜਕ ਤੇ ਕੋਈ ਐਕਸੀਡੈਂਟ ਹੋ ਗਿਆ ਗੱਡੀ ਨਾਲ, ਉਹਦੀ ਧਾਰਾ ਬਹੁਤ ਮਾਈਨਰ ਹੁੰਦੀ ਹੈ, 304A ਲੱਗਦੀ ਹੈ। ਅਗਰ ਕੋਈ ਜਾਣਬੁੱਝ ਕੇ ਕਿਸੇ ਨੂੰ ਮਾਰਦਾ 302, ਉੱਥੇ ਮਨਸ਼ਾ ਦੀ ਫਰਕ ਹੁੰਦਾ ਨਾ ਜੀ। ਅਗਰ ਤਾਂ ਹੁਣ ਇੱਥੇ ਮਨਸ਼ਾ ਹੈਗੀ ਹੈ, ਉਸ ਦੀ ਮਨਸ਼ਾ ਅਸਲ ਦੋਸ਼ੀ ਉਹ ਹੈਗਾ ਜਿਹਨੇ ਨਿਹੱਥੇ ਸਿੰਘਾਂ ਤੇ ਜਿਹੜੇ ਸ਼ਾਂਤਮਈ ਬੈਠ ਕੇ ਧਰਨੇ ਤੇ ਬੈਠੇ ਸੀ, ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਗੋਲੀ ਕਿਹਨੇ ਚਲਾਈ ਹੈ? ਇਹ ਨਹੀਂ ਕਿ ਪੁਲਿਸ ਕੋਈ ਜੋ EMPLOYE ਹੈਗਾ, ਕੋਈ ਸਿਪਾਹੀ ਹੈ ਜਾਂ ਕੋਈ ਹੈਡ ਕਾਂਸਟੇਬਲ, ਕੋਈ ਇੰਸਪੈਕਟਰ ਹੈ, ਕੁਝ ਵੀ ਹੈਗਾ ਪੁਲਿਸ ਕਰਮਚਾਰੀ ਜਿਹੜਾ ਹੈਗਾ, ਉਹਦੇ ਗੋਲੀ ਚਲਾਉਣੀ, ਉਹਨੂੰ ਹੁਕਮ ਚਲਾਉਣੀ ਗੋਲੀ ਉਹਨੇ, ਉਹ ਇਹਨਾਂ ਦੋਸ਼ੀ ਨਹੀਂ ਹੈਗਾ। ਜਿੰਨਾ ਦੋਸ਼ੀ ਹੁਕਮ ਦੇਣ ਵਾਲਾ ਮਨਸ਼ਾ ਉਹਦੀ ਹੈ। ਜੀ ਸਰ, ਬਿਲਕੁਲ ਤੁਹਾਡਾ ਅਸਲ ਦੋਸ਼ੀ ਉਹਨੂੰ ਕਹਿ ਜੀ 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 ਸਰ, ਤੁਹਾਡਾ ਵਿਊ ਪੁਆਇੰਟ ਆ ਗਿਆ। ਕਲੇਰ ਸਾਹਿਬ ਬਹੁਤ ਸਪਸ਼ਟ ਤੌਰ ਤੇ ਸਵੈਦ ਸਾਹਿਬ ਨੇ ਕਿਹਾ ਕਿ ਕੋਟਕਪੂਰਾ ਗੋਲੀकांड ਦੀਆਂ ਜਿਹੜੀਆਂ ਤਾਰਾਂ ਸਿੱਧੀਆਂ ਤੌਰ ਤੇ ਬਾਦਲਾਂ ਨਾਲ ਜਾ ਕੇ ਜੁੜਦੀਆਂ, ਔਰ ਛੇਤੀ ਜਿਹੜਾ ਹੈਗਾ ਅਸਲ ਦੋਸ਼ੀ ਕੌਣ ਆ, ਉਹ ਕਹਿੰਦੇ ਅਸਲ ਦੋਸ਼ੀ ਉਹ ਹੋਏਗਾ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਕਲੀਅਰ ਜੀ। ਪਹਿਲਾਂ ਤਾਂ ਇੱਕ ਗੱਲ ਇਹ ਕਲੀਅਰ ਕਰਦੇ ਹਾਂ ਕਿ ਜਿਹੜੀ ਇਹ ਜਾਂਚ ਹੈ ਇਹ ਚੱਲ ਰਹੀ ਹੈ ਕੋਟਕਪੂਰਾ ਗੋਲੀकांड ਦੀ, ਔਰ ਤੁਸੀਂ ਇਹ ਗੱਲ ਦੇਖੋ ਕਿ ਜਿਹੜੀ ਸਰਕਾਰ ਹੈ ਇਹਦੇ ਲਈ ਨਾ ਤਾਂ ਬੇਅਦਬੀਆਂ ਦੀ ਜਾਂਚ ਦੀ ਉਨੀ ਇੰਪੋਰਟੈਂਸ ਹੈ, ਨਾ ਬਹਿਬਲ ਕਲਾਂ ਦੀ ਜਾਂਚ ਦੀ ਇੰਪੋਰਟੈਂਸ ਹੈ, ਕੱਲੀ ਕੋਟਕਪੂਰਾ ਦੀ ਜਾਂਚ ਦੇ ਉੱਤੇ ਸਾਰਾ ਐਮਫੈਸਿਸ ਹੈ। ਕਿਉਂਕਿ ਉੱਥੇ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਤ ਨੂੰ ਉੱਥੇ ਅਫਸਰਾਂ ਨਾਲ ਗੱਲ ਕੀਤੀ, ਜਿੱਥੇ ਹਾਈ ਕੋਰਟ ਬਿਲਕੁਲ ਇੱਕ ਟਿੱਪਣੀ ਦੇ ਚੁੱਕੇ ਹੈ ਕਿ ਜੀ ਮੁੱਖ ਮੰਤਰੀ ਅਗਰ ਰਾਤ ਨੂੰ ਅਫਸਰਾਂ ਨਾਲ ਗੱਲ ਕਰ ਰਿਹਾ ਤਾਂ ਚੰਗੀ ਗੱਲ ਹੈ, ਇਹਦਾ ਮਤਲਬ ਮੁੱਖ ਮੰਤਰੀ ਵਿਜੀਲੈਂਟ ਆਪਣੀ ਸਟੇਟ ਪ੍ਰਤੀ, ਨਹੀਂ ਤਾਂ ਇਹੀ ਲੋਕਾਂ ਨੇ ਕਹਿਣਾ ਸੀ ਰੋਮ ਜਲ ਰਿਹਾ ਤੇ ਨੀਰੋ ਬੰਸਰੀ ਵਜਾ ਰਿਹਾ। ਔਰ ਦੂਸਰੀ ਵੱਡੀ ਗੱਲ ਹੈ, ਮੈਂ ਸਵੈਦ ਸਾਹਿਬ ਤਾਂ ਵਕੀਲ ਨੇ ਤਾਂ ਬੜਾ ਚੰਗੇ ਤਰੀਕੇ ਜਾਣਦੇ ਨੇ ਕਿ ਜਿਹੜੀ ਕੋਟਕਪੂਰੇ ਗੋਲੀ ਚੱਲੀ ਹੈ ਉਹ SDM ਦੇ ਹੁਕਮਾਂ ਤੇ ਚੱਲੀ ਹੈ। ਉਹਦੇ ਬਿਆਨ ਆਲਰੇਡੀ ਪਹਿਲਾਂ ਵੀ ਰਿਕਾਰਡ ਹੋਏ ਨੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੀ ਰਿਕਾਰਡ ਕੀਤੇ ਨੇ, ਔਰ ਇਹ ਹਰ ਜਗ੍ਹਾ ਇੱਕ ਪ੍ਰੋਸੀਜਰ ਹੈ। ਜਿੱਥੇ ਧਰਨਾ ਲੱਗਿਆ ਹੈ, ਲਾਠੀ ਚਾਰਜ ਤੋਂ ਲੈ ਕੇ ਵਾਟਰ ਕੈਨਨ ਤੋਂ ਲੈ ਕੇ ਗੋਲੀ ਤੱਕ ਹਰ ਪਰਮਿਸ਼ਨ SDM ਦੀ ਹੁੰਦੀ ਹੈ। ਕੋਟਕਪੂਰੇ ਦੇ ਵਿੱਚ ਵੀ SDM ਦੇ ਹੁਕਮਾਂ ਤੇ ਗੋਲੀ ਚੱਲੀ ਹੈ। SDM ਦੇ ਬਿਆਨ ਇਹ ਸਿੱਟ ਨੇ ਨਹੀਂ ਲਿਖੇ, ਅਸਲ ਤਾਂ SDM ਨੇ ਦੱਸਣਾ ਸੀ ਕਿ ਗੋਲੀ ਚਲਾਉਣ ਦੇ ਆਰਡਰ ਉਹਨੇ ਇੱਕ ਪ੍ਰੋਸੀਜਰ ਦੇ ਤਹਿਤ ਦਿੱਤੇ ਕਿ ਉਹਨੂੰ ਉੱਪਰੋਂ ਕੋਈ ਹੁਕਮ ਆਇਆ, ਪਰ ਸਿੱਧਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਸਿੱਟ ਭੇਜ ਦਿੱਤੀ ਗਈ ਉਹਨਾਂ ਤੋਂ ਪੁੱਛਤਾਛ ਕਰਨ ਲਈ, ਉਹ ਵੀ ਹਾਈ ਕੋਰਟ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ। ਹਾਈ ਕੋਰਟ ਨੇ ਬੜਾ ਕਲੀਅਰ ਕਿਹਾ ਸੀ ਕਿ 3 IPS ਅਫਸਰ ਹੋਣਗੇ ਜਿਨ੍ਹਾਂ ਨੂੰ ਹੈਡ ADGP ਕਰੂਗਾ। ਉੱਥੇ ਰਿਟਾਇਰਡ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਦਾ ਇੱਕ ਡਾਇਰੈਕਟਰ ਵਿਜੇ ਸਿੰਗਲਾ,
ਇੱਕ ਵਿਜੀਲੈਂਸ ਪ੍ਰੋਸੀਕਿਊਸ਼ਨ ਦਾ ਬੰਦਾ, ਉਹ ਜਿਸ ਤਰ੍ਹਾਂ ਹਾਈ ਕੋਰਟ ਦੀ ਵੀ ਇਹਨਾਂ ਨੇ ਧੱਜੀਆਂ ਉਡਾਈਆਂ ਹੁਕਮਾਂ ਦੀਆਂ, ਉਹ ਸਾਰਿਆਂ ਦੇ ਸਾਹਮਣੇ ਹੈ। ਨਹੀਂ ਹੁਣ ਅੱਜ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਸਵੈਦ ਸਾਹਿਬ ਤੋਂ ਕਿ ਜਿਹੜੀ 10 ਜਨਪਥ ਨੇ ਇੱਕ ਡੈਡਲਾਈਨ ਬਣਾਤੀ, ਕੀ ਹੁਣ ਸਿੱਟ ਨੂੰ ਜਾਂ ਹਾਈ ਕੋਰਟ ਦੇ ਆਰਡਰਾਂ ਨੂੰ ਵੀ 10 ਜਨਪਥ ਡਿਕਟੇਟ ਕਰੂਗੀ ਕਿ ਕਿੰਨੀ ਦੇਰ 'ਚ ਹੋਣਾ ਚਾਹੀਦਾ? ਇਹ ਜਿਹੜੀ 10-12 ਦਿਨ ਦੀ ਮੁੱਖ ਮੰਤਰੀ ਨੂੰ ਡੈਡਲਾਈਨ ਦਿੱਤੀ ਹੈ, ਇਹਦੇ 'ਚ ਗਾਂਧੀ ਪਰਿਵਾਰ ਦਾ ਇੱਕੋ ਹੀ ਹੁਕਮ ਹੈ ਕਿ ਕਿਸੇ ਤਰੀਕੇ ਚੱਕ ਕੇ ਬਾਦਲਾਂ ਨੂੰ ਅੰਦਰ ਦੇ ਦਿਓ। ਔਰ ਐਮਐਲਏ ਵੀ ਆਹੀ ਗੱਲ ਕਹਿੰਦੇ ਆ, ਇਹ ਪਰਸੈਪਸ਼ਨ ਐਮਐਲਏਆਂ ਦੀ ਹੈ ਕਿ ਬਾਦਲਾਂ ਨੂੰ ਅੰਦਰ ਕਰ ਦਿਓ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਫਿਰ ਆਪਾਂ ਇਲੈਕਸ਼ਨ ਦੇ ਵਿੱਚ ਜਾ ਸਕਦੇ ਹਾਂ। ਨਹੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਨਹੀਂ ਜਿਹੜੀ ਇਹ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਂ ਸਵੈਦ ਸਾਹਿਬ ਨੂੰ ਪੁੱਛਦਾ ਕਿ ਬਤੌਰ ਸਿੱਖ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨਾ ਉਨਾ ਇੰਪੋਰਟੈਂਟ ਨਹੀਂ ਜਿੰਨਾ ਕੋਟਕਪੂਰਾ, ਜਿੱਥੇ 307 ਦਾ ਕੇਸ ਹੈ, ਸਿਰਫ ਪੱਟ ਦੇ ਵਿੱਚ ਗੋਲੀ ਲੱਗੀ ਹੈ, ਉਹਦਾ ਪੋਲੀਟੀਕਲ ਡਰਾਮਾ ਕਰਨਾ ਇਹਨਾਂ ਲਈ ਜ਼ਿਆਦਾ ਵੱਡੀ ਗੱਲ ਹੈ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਕਲੇਸਾ ਇੱਕ ਸਵਾਲ ਜਿਹੜਾ ਹੈਗਾ, ਜਿਹੜਾ ਸਵੈਦ ਜੀ ਨੇ ਵੀ ਕਿਹਾ, ਉਹ ਕਹਿੰਦੇ ਵੀ 150 ਕਾਲਾਂ ਦੀ ਗੱਲ ਕਰਦੇ ਆ ਜਿਹੜੀਆਂ ਮੁੱਖ ਮੰਤਰੀ ਦੇ ਦਫ਼ਤਰ ਵੱਲ ਗਈਆਂ, ਉਹਨਾਂ ਕਾਲਾਂ ਜੋ ਕਿਹਾ ਜਾ ਰਿਹਾ ਕਿ ਕੁਝ ਕਾਲ ਇਦਾਂ ਦੀਆਂ ਜਿਹੜੀਆਂ ਸੁਖਬੀਰ ਬਾਦਲ ਨਾਲ ਵੀ ਹੋਈਆਂ ਲੱਗਦੀਆਂ, ਕਿਉਂਕਿ ਉਸ ਵੇਲੇ ਉਹ ਗ੍ਰਹਿ ਮੰਤਰੀ ਸੀ। ਤਾਂ ਸਵੈਦ ਸੋਨੀ ਕਹਿ ਰਿਹਾ ਵੀ ਐਸਡੀਐਮ ਦਾ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਐਸਡੀਐਮ ਨੇ ਹੁਕਮ ਦਿੱਤਾ ਹੋਏਗਾ, ਪਰ ਕੀ ਐਸਡੀਐਮ ਨੂੰ ਉੱਪਰੋਂ ਕੋਈ ਹੁਕਮ ਆਇਆ ਜਿਸ ਤੇ ਜਿਹੜਾ ਸਵੈਦ ਜੀ ਇਸ਼ਾਰਾ ਕਰ ਰਹੇ? ਨਹੀਂ ਮੈਂ ਤਾਂ ਫਿਰ ਸਵੈਦ ਸਾਹਿਬ ਨੂੰ ਦੱਸਦਿਆਂ ਜੀ ਕਿ ਜਾਂ ਤਾਂ ਫਿਰ ਪ੍ਰੋਸੀਜਰ ਤੇ ਚੱਲਦੇ, ਪਹਿਲਾਂ ਐਸਡੀਐਮ ਦੇ ਬਿਆਨ ਲਿਖਦੇ, ਫਿਰ ਗ੍ਰਹਿ ਮੰਤਰੀ ਦੇ, ਫਿਰ ਮੁੱਖ ਮੰਤਰੀ ਤੇ। ਐਸਡੀਐਮ ਦਾ ਬਿਆਨ ਲਿਖਿਆ ਨਹੀਂ, ਮੁੱਖ ਮੰਤਰੀ ਤੇ ਪਹਿਲਾਂ ਪਹੁੰਚ ਕੇ ਗ੍ਰਹਿ ਮੰਤਰੀ ਨੂੰ ਬਾਅਦ ਦੇ ਵਿੱਚ ਬੁਲਾ ਰਹੇ ਹੋ। ਔਰ ਜਦ ਕਿ ਰਿਐਲਿਟੀ ਇਹ ਹੈ, ਪੁਰਾਣੀ ਸਿੱਟ ਵੀ ਬਿਆਨ ਰਿਕਾਰਡ ਕਰ ਚੁੱਕੀ ਹੈ, ਹੁਣ ਵੀ ਹੈ, ਕਿ ਉਸ ਟਾਈਮ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਉਹ ਹੈਗੇ ਹੀ ਨਹੀਂ ਸੀ। ਸੋ ਨਾ ਤਾਂ ਕੋਈ ਗੱਲ ਕਰਨ ਦਾ ਸਵਾਲ ਉੱਠਦਾ ਨਾ ਹੋਇਆ, ਪਰ ਠੀਕ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ। ਸ਼੍ਰੋਮਣੀ ਅਕਾਲੀ ਦਲ ਨੂੰ 26 ਤਰੀਕ ਨੂੰ ਪ੍ਰਧਾਨ ਸਾਹਿਬ ਨੂੰ ਬੁਲਾਇਆ, ਅਸੀਂ ਜਾਵਾਂਗੇ ਔਰ ਆਪਣਾ ਪੱਖ ਰੱਖਾਂਗੇ। ਪਰ ਜਿਹੜੀ 10 ਜਨਪਦ ਤੋਂ ਡਿਕਟੇਟ ਲੈ ਕੇ ਇਨਵੈਸਟੀਗੇਸ਼ਨ ਹੋ ਰਹੀ ਹੈ, ਇਹਦਾ ਮੰਤਵ ਇੱਕੋ ਹੀ ਹੈ ਕਿ ਬਾਦਲ ਪਰਿਵਾਰ ਨੂੰ ਅੰਦਰ ਦੇ ਦਿਓ। ਪਰ ਸ਼੍ਰੋਮਣੀ ਅਕਾਲੀ ਦਲ ਹੋਵੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣ, ਇਨਵੈਸਟੀਗੇਸ਼ਨ 'ਚ ਜਾਵਾਂਗੇ। ਜੋ ਵੀ ਪੁੱਛਗਿੱਛ ਸਾਡੇ ਤੋਂ ਕਰਨੀ ਹੈ, ਅਸੀਂ ਤਿਆਰ ਹਾਂ। ਅਸੀਂ ਕਿਸੇ ਗੱਲੋਂ ਨਾ ਭੱਜੇ ਸੀ ਨਾ ਭੱਜਾਂਗੇ। ਥੈਂਕ ਯੂ ਕਲੇਰ ਜੀ। ਸਵੈਦ ਸਾਹਿਬ ਤੁਹਾਡੇ ਕੋਲ ਜਿਹੜਾ ਜਵਾਬ ਦੇਣਾ ਬਣਦਾ, ਉਹ ਕਹਿੰਦੇ 10 ਜਨਪਦ ਤੋਂ ਜਿਹੜੀ ਡਿਕਟੇਸ਼ਨ ਹੋਈ ਹੈ ਇਸ ਗੱਲ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕਿ ਬਾਦਲਾਂ ਨੂੰ ਅੰਦਰ ਕਰੋ ਤਾਂ ਹੀ ਚੋਣ ਜਿੱਤ ਸਕਦੇ ਆ। ਉਹ ਕਹਿੰਦੇ ਅਸਲ ਮੁੱਦਿਆਂ ਦੀ ਬਜਾਏ ਧਿਆਨ ਇਸ ਪਾਸੇ ਵੱਲ ਹੈ ਕਿ ਬਾਦਲਾਂ ਨੂੰ ਅੰਦਰ ਕਰਕੇ ਚੋਣ ਕਿਵੇਂ ਜਿੱਤੀ ਜਾ ਸਕਦੀ ਹੈ, ਸਹੀ ਇਨਵੈਸਟੀਗੇਸ਼ਨ ਵੱਲ ਤਾਂ ਧਿਆਨ ਹੀ ਕੋਈ ਨਹੀਂ। ਜੀ ਸਵੈਦ ਜੀ। ਦੇਖੋ ਬਹੁਤ ਸਵਾਲ ਕਿਤੇ ਇਹਦਾ ਸਵਾਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈਗਾ। ਤੇ ਦੇਖੋ ਜਦੋਂ ਵੀ ਜਿਹੜੀ ਤਫਤੀਸ਼ ਦੀ ਕੋਈ ਤੇਜ਼ੀ ਆਉਂਦੀ ਹੈਗੀ ਹੈ, ਜਾਂ ਜਦੋਂ ਵੀ ਬਾਦਲਾਂ ਵੱਲ ਕੋਈ ਜਿਹੜਾ ਹੈਗਾ ਉਂਗਲ ਉੱਠਦੀ ਹੈ, ਸੇਕ ਪਹੁੰਚਣਾ ਸ਼ੁਰੂ ਹੁੰਦਾ ਹੈ, ਇਹ ਇੰਨੇ ਹੜਬੜਾਉਂਦੇ ਨੇ, ਇੰਨੇ ਬਖਲਾਹਟ ਦੇ ਵਿੱਚ ਆ ਜਾਂਦੇ ਨੇ, ਪ੍ਰੈਸ ਕਾਨਫਰੰਸਿਸ ਕਰਦੇ ਨੇ, ਉੱਚੀ ਬੋਲਦੇ ਨੇ। ਜਿਹੜੀ ਇਨਕੁਆਇਰੀ ਕਮਿਸ਼ਨ ਜਿਹੜੀ ਕੋਈ SIT ਹੁੰਦੀ ਹੈ, ਉਹਦੇ ਤੇ ਸਵਾਲ ਚੱਕੇ ਜਾਂਦੇ ਨੇ ਇਹਨਾਂ ਵੱਲੋਂ। ਇਹ ਸਿੱਧਾ ਕਿ ਮੁਲਜ਼ਮ ਇੰਨਾ ਜ਼ਿਆਦਾ ਜਿਹੜਾ ਹੈਗਾ ਆਪੇ ਤੋਂ ਬਾਹਰ ਹੋ ਜਾਂਦਾ ਹੈ ਕਿ ਉਹ ਤੋਂ ਤੁਸੀਂ ਕੀ ਅੰਦਾਜ਼ਾ ਲਾਓਗੇ। ਹੁਣ ਸਾਡੀ ਹਾਈ ਕਮਾਂਡ ਸੋਨੀਆ ਗਾਂਧੀ ਨੇ, ਕਾਂਗਰਸ ਪਾਰਟੀ ਨੇ ਕੀ ਕਿਹਾ? ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਬਾਦਲ ਜ਼ਿੰਮੇਵਾਰ, ਇਹਨਾਂ ਨੂੰ ਫੜ ਲਓ, ਕਿ ਫਲਾਣੇ ਨੂੰ ਫੜ ਲਓ, ਧਮਕੇ ਨੂੰ ਫੜ ਲਓ। ਉਹਨਾਂ ਨੇ ਕਿਹਾ ਜਿਹੜੇ ਦੋਸ਼ੀ ਨੇ, ਉਹਨਾਂ ਨੇ ਕਿਹਾ ਇਨਸਾਫ ਦਿਵਾਓ ਲੋਕਾਂ ਨੂੰ, ਜਲਦੀ ਦਿਵਾਓ। ਇਹ ਜਲਦੀ ਇਨਸਾਫ ਦਿਵਾਉਣ ਬਾਰੇ ਆਪਦੀ ਪਾਰਟੀ, ਆਪਦੀ ਸਰਕਾਰ ਨੂੰ ਕਿਹੜਾ ਕੋਈ ਗੁਨਾਹ ਹੈ? ਕਿੱਥੋਂ ਦਾ ਗੁਨਾਹ ਹੈ? ਕਿਹੜੇ ਕਾਨੂੰਨ, ਕਿਹੜੀ ਕਿਤਾਬ 'ਚ ਲਿਖਿਆ ਹੋਇਆ ਕਿ ਜਿਹੜੀ ਪਾਰਟੀ ਦੀ ਸਰਕਾਰ ਹੋਵੇ, ਉਸ ਪਾਰਟੀ ਦੀ ਹਾਈ ਕਮਾਂਡ ਆਪਦੀ ਸਰਕਾਰ ਨੂੰ ਇਹ ਨਾ ਕਹਿ ਸਕੇ ਕਿ ਤੁਸੀਂ ਇਸ ਮਸਲੇ ਤੇ ਭਾਈ ਇਨਸਾਫ ਦਿਵਾਓ, ਜਲਦੀ ਦਿਵਾਓ। ਤੇ ਲੋਕ ਮੰਗਦੇ ਨੇ ਇਨਸਾਫ, ਅਸੀਂ ਜਵਾਬ ਦੇਣਾ ਲੋਕਾਂ ਨੂੰ। ਇਹਦਾ ਮਤਲਬ ਇਨਸਾਫ ਦਿਵਾਉਣ ਦਾ ਜਿਹੜਾ ਹੈਗਾ ਸਰਕਾਰ ਨੂੰ ਕਹਿਣਾ ਇਹ ਕੋਈ ਗੁਨਾਹ ਹੈ। ਕਿਹੜੇ ਕਾਨੂੰਨ ਦੇ ਖਿਲਾਫ ਹੈ? ਕਿਉਂ ਅਕਾਲੀ ਦਲ ਖਿਲਾਫ, ਕਿਉਂ ਬਾਰ-ਬਾਰ ਪ੍ਰੈਸ ਕਾਨਫਰੰਸ ਕਰਦੇ ਨੇ, ਕਿਉਂ ਇੰਨੇ ਆਫੈਂਸਿਵ ਕਿਉਂ ਹੋਏ ਨੇ? ਉਹ ਜਿਵੇਂ ਕਹਿੰਦੇ ਨੇ ਨਾ ਕਿ ਚੋਰ ਕੀ ਦਾੜੀ ਮੇਂ ਤਿਣਕਾ ਹੈ, ਉਦੋਂ ਡੱਪਦੇ ਨੇ ਇਹ। ਫਿਰ ਇਸ ਕਰਕੇ ਮੁਲਜ਼ਮ ਜਿਹੜਾ ਹੈਗਾ, ਮੁਲਜ਼ਮ ਆਪ ਨੂੰ ਬੋਲ ਰਿਹਾ ਕਿ ਮੈਂ ਮੁਲਜ਼ਮ ਹਾਂ, ਇਹ ਤਾਂ ਸਭ ਤੋਂ ਹੁੰਦਾ ਹੈ। ਓਕੇ, ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਤੁਸੀਂ ਦੋਨਾਂ ਤਰ੍ਹਾਂ ਦੇ ਜਿਹੜੇ ਮਹਿਮਾਨ ਆ ਉਹਨਾਂ ਦੇ ਜਿਹੜੇ ਜਵਾਬ ਆ ਉਹ ਤਾਂ ਸੁਣੇ ਆ, ਪਰ ਜੋ ਸਿੱਧੇ ਤੌਰ ਤੇ ਸਵਾਲ ਉੱਠ ਰਿਹਾ, ਜਿਸ ਤਰੀਕੇ ਨਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਵੀਂ ਸਿੱਟ ਵੱਲੋਂ ਬੁਲਾਇਆ ਗਿਆ। ਸਵੈਦ ਜੀ ਦਾ ਕਹਿਣਾ ਹੈ ਕਿ ਵੀ ਇਹ ਸਿੱਧੀਆਂ ਤਾਰਾਂ ਬਾਦਲਾਂ ਨਾਲ ਜੁੜਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਜਦੋਂ ਕਿ ਕਲੇਰ ਸਾਹਿਬ ਕਹਿੰਦੇ ਕਿ ਇਸ ਮੁੱਦੇ ਤੇ ਮੁਕੰਮਲ ਰਾਜਨੀਤੀ ਕਰ ਰਹੀ ਹੈ ਕਾਂਗਰਸ। ਜੀ ਅਮਰਿੰਦਰ ਜੀ।
ਰਹੀਆਂ ਤੇ 4.5 ਸਾਲ ਦੇ ਵਿੱਚ ਜੇ ਕੋਈ ਪ੍ਰਾਪਤੀ ਕਾਂਗਰਸ ਸਰਕਾਰ ਦੀ ਜਾਂ ਕੈਪਟਨ ਸਾਹਿਬ ਦੀ ਅਸੀਂ ਮੰਨੀਏ ਤਾਂ ਸਿਰਫ ਉਹ ਇਹ ਹੈ ਕਿ ਇਸ ਮੁੱਦੇ ਨੂੰ ਸਬਸਾਈਡ ਨਹੀਂ ਹੋਣ ਦਿੱਤਾ, ਇਹਨੂੰ ਖੜਾ ਰੱਖਿਆ ਹੋਇਆ ਤੇ ਲੋਕਾਂ ਦੇ ਜਿਹੜੇ ਇਮੋਸ਼ਨਸ ਹੈ, ਜਿਹੜੇ ਗੁਟਕਾ ਸਾਹਿਬ ਦੀ ਸਹੁੰ ਇਹਨਾਂ ਨੇ ਚੱਕੀ ਸੀ ਜਿਸ ਦੇ ਆਧਾਰ ਤੇ ਇਹਨਾਂ ਦੀ ਸਰਕਾਰ ਬਣੀ ਸੀ, ਉਹ ਇਸ਼ੂ ਨੂੰ ਇਹਨਾਂ ਨੇ ਲਾਈਵ ਰੱਖਿਆ ਹੋਇਆ, ਲੇਕਿਨ ਇਹਨਾਂ ਨੇ ਰਿਜ਼ਲਟ ਕੋਈ ਡਿਲੀਵਰ ਨਹੀਂ ਕੀਤਾ। ਤੇ ਹੁਣ ਜਿਹੜਾ ਮਸਲਾ ਆਇਆ ਕਿ ਬਈ ਪਾਰਟੀ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਸਾਹਿਬ ਨੂੰ ਬੁਲਾ ਕੇ ਕਿਹਾ ਹੈ ਕਿ ਬਈ ਤੁਸੀਂ ਇਸ ਤੇ ਅਸੀਂ ਇੱਕ ਡੈਡਲਾਈਨ ਉਹਨਾਂ ਨੂੰ ਦਿੱਤੀ ਹੈ ਜਾਂ ਆਪਾਂ ਕਹਿ ਦਈਏ ਕੁਝ ਉਹਨਾਂ ਨੂੰ ਟਾਈਮ ਫਰੇਮ ਦਿੱਤਾ ਕਿ ਇਹਦੇ ਵਿੱਚ ਆਪਾਂ ਰਿਜ਼ਲਟ ਚਾਹੁੰਦੇ ਹਾਂ। ਤੇ ਮੈਂ ਤਾਂ ਇਹ ਮੰਨਦਾ ਕੋਈ ਪਤਾ ਨਹੀਂ ਉਹਨਾਂ ਨੇ ਕੈਪਟਨ ਸਾਹਿਬ ਨੂੰ ਇਹ ਕਿਹਾ ਹੋਵੇ ਕਿ ਇਹਨਾਂ ਨੂੰ ਕਲੀਨ ਚਿੱਟ ਦਿਓ ਇੰਨੇ ਦਿਨਾਂ ਦੇ ਵਿੱਚ ਕਿ ਬਾਦਲਾਂ ਨੂੰ ਕਲੀਨ ਚਿੱਟ ਹੋਣੀ ਚਾਹੀਦੀ ਹੈ, ਕਿਉਂਕਿ ਦੇਖੋ ਇਹਦੇ 'ਚ ਕੋਈ ਦੋਰਾਵਾ ਨਹੀਂ ਹੈ ਕਿ ਬਾਦਲ ਫੈਮਿਲੀ ਦੀ ਪੈਟਰਨੇਜ ਦੇ ਵਿੱਚ ਸਰਸੇ ਵਾਲਾ ਸਾਧ ਪੂਰੀ ਤਰੀਕੇ ਨਾਲ ਸੀਗਾ। ਉਹਨਾਂ ਨੇ ਉਸ ਨੂੰ ਬਰੀ ਕਰਨ ਲਈ ਸਾਰਾ ਕੁਝ ਕੀਤਾ, ਜਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਆਦੇਸ਼ ਦਿੱਤੇ ਕਿ ਇਸ ਨੂੰ ਤੁਸੀਂ ਮਾਫੀ ਦੇਣੀ ਹੈ ਤੇ ਉਹ ਸਾਰਾ ਐਪੀਸੋਡ ਸਾਡੇ ਸਾਹਮਣੇ ਹੈ। ਉੱਥੋਂ ਇਹ ਸਾਰਾ ਜਿਹੜਾ ਇਹਦੀ ਜੜ ਜਿਹੜੀ ਆ ਉੱਥੇ ਖੜੀ ਹੈ ਤੇ ਉਹ ਸਾਧ ਦੇ ਨਾਲ ਇਹਨਾਂ ਦੇ ਜਿਹੜੇ ਬਹੁਤ ਨਜ਼ਦੀਕੀ ਸੰਬੰਧ ਸੀਗੇ ਉਹ ਜਗ ਜ਼ਾਹਰ ਹੈ ਤੇ ਉਹਦੇ ਉੱਪਰ ਹੀ ਸਾਰਾ ਇਲਜ਼ਾਮ ਆਉਂਦਾ ਕਿ ਉਸੇ ਨੇ ਬੇਅਦਬੀ ਕੀਤੀ ਹੈ ਜਾਂ ਉਸ ਤੋਂ ਕਰਵਾਈ ਗਈ ਹੈ, ਉਹ ਸਿੱਟ ਦੱਸੇਗੀ। ਤੇ ਸਿੱਟ ਵੀ ਕੋਈ ਪਹਿਲੀ ਨਹੀਂ ਹੈ, ਜਿਵੇਂ ਕਲੇਰ ਸਾਹਿਬ ਨੇ ਕਿਹਾ ਕਿ ਸਿੱਟਾਂ ਤਾਂ ਕਈ ਬਣੀਆਂ ਹੋਈਆਂ ਤੇ ਵਾਰੀ ਚੱਕ ਕੇ ਦੇਖ ਲੈਂਦੇ ਵੀ ਕਿਹੜੀ ਸੀਟ ਨੂੰ ਕਿ ਪਿੱਛੇ। ਸੋ ਇਹ 4.5 ਸਾਲ ਤੋਂ ਅਸੀਂ ਦੇਖ ਰਹੇ ਹਾਂ, 4.5 ਸਾਲ ਇਹਨਾਂ ਦੇ ਹੋ ਗਏ, ਤਕਰੀਬਨ 2 ਸਾਲ ਪਿਛਲੀ ਗਵਰਨਮੈਂਟ ਦੇ ਸੀਗੇ, ਬਾਦਲ ਸਾਹਿਬ ਦੀ ਗਵਰਨਮੈਂਟ ਦੇ ਸੀਗੇ ਤੇ 6.5 ਸਾਲ ਦੇ ਆਸ-ਪਾਸ ਹੋ ਗਿਆ। ਤੇ ਜਿਹੜੇ 2 ਸਿੱਖ ਸ਼ਹੀਦ ਹੋਏ ਸੀਗੇ ਜਿਨ੍ਹਾਂ ਨੂੰ ਪੁਲਿਸ ਨੇ ਗੋਲੀ ਮਾਰੀ ਸੀ, ਉਹਨਾਂ ਦੀਆਂ ਫੈਮਲੀਜ਼ ਤੇ ਉਹਨਾਂ ਦੀਆਂ ਜਿਹੜੀਆਂ ਰੂਹਾਂ ਵਾ ਉਹ ਅੱਜ ਵੀ ਨਿਆਂ ਨੂੰ ਦੇਖ ਰਹੀਆਂ ਕਿ ਨਿਆਂ ਸਾਡਾ ਕਿੱਥੇ ਗਿਆ। ਸਾਡੇ ਘਰ ਦੇ ਜੀ ਜਿਹੜੇ ਆ ਉਹ ਧਰਨੇ ਤੇ ਬੈਠੇ ਸੀ ਤੇ ਪੁਲਿਸ ਨੇ ਮਾਰਤੇ ਆ ਤੇ ਕੌਣ ਸਾਨੂੰ ਨਿਆਂ ਦੇਵੇਗਾ। ਸੋ ਉਸ ਪੱਖੋਂ ਤਾਂ 6 ਸਾਲ ਦਾ ਟੈਨਿਓਰ 6.5 ਸਾਲ ਦਾ ਟੈਨਿਓਰ ਹੋ ਗਿਆ ਤੇ ਜਸਟਿਸ ਜਿਹੜਾ ਬਹੁਤ ਦੂਰ ਹੈ। ਸੋ ਇੱਕ ਨਿਆਂ ਪ੍ਰਣਾਲੀ ਦੇ ਉੱਪਰ ਵੀ ਬਹੁਤ ਵੱਡਾ ਕੁਐਸਚਨ ਮਾਰਕ ਲੱਗਦਾ ਹੈ, ਨਿਆਂ ਪ੍ਰਣਾਲੀ ਕੀ ਕਰ ਰਹੀ ਹੈ ਤੇ ਮਤਲਬ ਵਰਕ ਕਰ ਰਹੀ ਹੈ ਕਿ ਜਿਹੜਾ ਕਾਤਲ ਹੈ ਉਹ ਖੁੱਲਾ ਘੁੰਮ ਰਿਹਾ ਹੈ, ਪਾਵਰ ਗੈਲਰੀਜ਼ ਦੇ ਵਿੱਚ ਬੈਠਾ ਹੈ, ਭਾਵੇਂ ਉਹ ਡੀਜੀਪੀ ਹੈ, ਭਾਵੇਂ ਸੀਐਮ ਹੈ ਜਾਂ ਡਿਪਟੀ ਸੀਐਮ ਹੈ ਜਾਂ XYZ, ਜਿਹਦੇ ਤੇ ਵੀ ਇਹ ਇਲਜ਼ਾਮ ਕੈਪਟਨ ਸਾਹਿਬ ਲਾਉਂਦੇ ਹੈ। ਅਸੀਂ ਤਾਂ ਇਲਜ਼ਾਮ ਕੈਪਟਨ ਸਾਹਿਬ ਤੇ ਵੀ ਲਾ ਰਹੇ ਹਾਂ, ਇਹ ਵੀ ਹੈਂਡ ਇਨ ਗਲਵ ਕਨਸਪੀਰੇਸੀ ਦੇ ਵਿੱਚ ਕਿਵੇਂ ਡਿਸਟਰੋਏ ਕਰਨਾ ਹੈ। थैंक यू वेरी मच अमरिंदर जी, थैंक यू वेरी मच। क्लियर साहब, सुरेश जी ने कहा है कि मुलजम खुद मुंहों बोल रहा और अमरिंदर जी का कहना यह है कि जिहड़ा डेरा सिरसा वाला सी उस नूं हथ नहीं पाया गया बल्कि उस नूं माफी दी गई। सारियां जड़ां जिहड़ियां डेरे साहब तक पहुंचदियां। सिद्धू साहब देखो, मैं पहली गल ये कहनी चाहना है कि स्वैत साहब या तां चीज़ां नूं बहुत चंगे तरीके नाल देख नहीं रहे हैगे या देखना चाहुंदे नहीं गे। ਨਵਜੋਤ ਸਿੱਧੂ ਜਿਹੜਾ ਉਸ ਟਾਈਮ ਦਾ ਇੱਕ ਕੈਬਨਿਟ ਮਿਨਿਸਟਰ ਸੀ ਪੰਜਾਬ ਦਾ, ਅੱਜ ਕੱਲ੍ਹ ਇਹਨਾਂ ਦਾ MLA ਹੈ, ਉਹਨੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਇੱਕ ਸਪੈਸੀਫਿਕ ਕੁਐਸਚਨ ਦਾ ਜਵਾਬ ਦਿੰਦੇ ਇਹ ਗੱਲ ਕਹੀ ਹੈ ਕਿ ਮੈਂ ਕੈਬਨਿਟ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਇਹ ਜਿਹੜਾ ਬੇਅਦਬੀਆਂ ਦਾ ਜਾਂ ਦੂਜਾ ਜਿਹੜਾ ਇਨਸਾਫ ਹੈ ਇਹ ਕਰੋ, ਔਰ ਕਹਿੰਦੇ ਵੀ ਕੈਬਨਿਟ ਦੇ ਵਿੱਚ ਮੈਨੂੰ ਇਹ ਗੱਲ ਕਹੀ ਗਈ ਸਾਰਿਆਂ ਵੱਲੋਂ ਕਿ ਇਹ ਇਸ਼ੂ ਨੂੰ ਪੈਂਡਿੰਗ ਰੱਖੋ, ਆਖਰੀ 6 ਮਹੀਨਿਆਂ ਦੇ ਵਿੱਚ ਚੋਣਾਂ ਦੇ ਵਿੱਚ ਕੰਮ ਆਊਗਾ। ਇਹ ਔਨ ਰਿਕਾਰਡ ਸਟੇਟਮੈਂਟ ਹੈ। ਸੋ ਸਰਕਾਰ ਜਸਟੀਫਾਈ ਕਰੇ ਕਿ ਇੱਕ ਉਸ ਟਾਈਮ ਦਾ ਕੈਬਨਿਟ ਮਿਨਿਸਟਰ ਅੱਜ ਕਾਂਗਰਸ ਦਾ MLA ਕਹਿ ਰਿਹਾ ਕਿ ਕਾਂਗਰਸ ਨੇ ਇਸ ਇਸ਼ੂ ਨੂੰ ਸਿਰਫ ਚੋਣਾਂ ਲਈ ਜ਼ਿੰਦਾ ਰੱਖਿਆ ਔਰ ਵੋਟਾਂ ਬਟੋਰਨ ਸੀ। ਇਹ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਔਰ ਦੂਸਰੀ ਵੱਡੀ ਗੱਲ ਹੈ, 4.5 ਸਾਲ ਤੋਂ ਅੱਜ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਬੇਅਦਬੀਆਂ ਦੇ ਇਨਸਾਫ ਦਿਵਾਉਣ ਵੱਲ ਇਹਨਾਂ ਦਾ ਤਾਂ ਕੋਈ ਧਿਆਨ ਹੀ ਨਹੀਂ ਹੈਗਾ। ਜਿਹੜੇ ਬੰਦਿਆਂ ਨੂੰ ਪਹਿਲਾਂ ਬਾਰ-ਬਾਰ ਫੜਦੇ ਨੇ ਉਹਨਾਂ ਨੂੰ ਹੀ ਫੜ ਲੈਂਦੇ ਨੇ, ਉਹ ਬੇਲਾਂ ਤੇ ਬਾਹਰ ਆ ਜਾਂਦੇ ਨੇ। ਉਹ ਤੋਂ ਅੱਗੇ ਇਨਵੈਸਟੀਗੇਸ਼ਨ ਕਿੱਥੇ ਚੱਲੀ 4.5 ਸਾਲ ਦੇ ਵਿੱਚ? ਕਿਹੜਾ ਵੱਡਾ ਨਾਂ 4.5 ਸਾਲ ਦੇ ਵਿੱਚ ਉਸ ਇਨਵੈਸਟੀਗੇਸ਼ਨ ਦੇ ਵਿੱਚ ਆਇਆ? ਮੌੜ ਬਲਾਸਟ ਦੇ ਵਿੱਚ ਵੀ ਹਾਈ ਕੋਰਟ ਨੇ ਸਿੱਟ 2019 ਦੇ ਵਿੱਚ ਬਦਲਤੀ ਸੀ। ਮੌੜ ਬਲਾਸਟ ਦੇ ਵਿੱਚ 3 ਬੰਦਿਆਂ ਦੇ ਖਿਲਾਫ ਚਲਾਨ ਦਿੱਤਾ, ਅੱਜ ਤੱਕ ਉਹ PO ਨੇ 3 ਫੜੇ ਨਹੀਂ ਗਏ। ਕੀ ਗੱਲ ਮੌੜ ਬਲਾਸਟ 'ਚ ਪੰਜਾਬੀ ਨਹੀਂ ਮਰੇ ਸੀ? ਸੋ ਸਾਰੀ ਗੱਲ ਨੂੰ ਸਿੱਧੂ ਸਾਹਿਬ ਲਿਆ ਕੇ ਦੇ ਵਿੱਚ ਜਿੱਦਾਂ ਹਾਈ ਕੋਰਟ ਨੇ ਕਿਹਾ, ਸਿੱਧੂ ਸਾਹਿਬ ਮੈਂ 1 ਮਿੰਟ ਹੀ ਲਊਂਗਾ ਜੀ, ਜਿੱਦਾਂ ਹਾਈ ਕੋਰਟ ਨੇ ਕਿਹਾ ਕਿ ਇੱਕ ਫਿਲਮ ਬਣਾਉਣ ਦੀ ਕੋਸ਼ਿਸ਼ ਸੀ, ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਸਵੈਤ ਸਾਹਿਬ ਨੇ ਜਜਮੈਂਟ ਪੜ੍ਹੀ ਹੈ ਕਿ ਕੋਟ ਕਪੂਰਾ ਦੇ ਵਿੱਚ ਸਿਰਫ ਇੰਨੀ ਗੱਲ ਦੇਖਣ ਵਾਲੀ ਸੀ ਕਿ ਉੱਥੇ ਬੈਠੀ ਧਿਰ ਦੀ ਗਲਤੀ ਸੀ, ਪੁਲਿਸ ਦੀ ਗਲਤੀ ਸੀ ਜਾਂ ਦੋਨਾਂ ਦੀ ਗਲਤੀ ਸੀ। ਉਸ ਇਨਵੈਸਟੀਗੇਸ਼ਨ ਦੇ ਵਿੱਚ ਬਾਲੀਵੁੱਡ ਤੋਂ ਐਕਟਰ ਤੱਕ ਸੱਦ ਲਏ ਗਏ। ਇੱਥੋਂ ਇਹ ਸਾਬਿਤ ਹੁੰਦਾ ਕਿ ਸਿਰਫ ਇੱਕ ਸਿਆਸੀ ਜਾਂਚ ਹੋ ਰਹੀ ਸੀ, ਇਹਨਾਂ ਦਾ ਇਨਸਾਫ ਦੇਣਾ ਕੋਈ ਮੰਤਵ ਹੀ ਨਹੀਂ ਸੀ। ਇਹ ਤਾਂ ਹੁਣ ਹਾਈ ਕੋਰਟ ਦੇ ਸਿਟਿੰਗ ਦਾ ਜਜਮੈਂਟ ਹੈ, ਜਿਹੜੀ ਸਰਕਾਰ ਨੇ ਅਜੇ ਤੱਕ ਚੈਲੰਜ ਨਹੀਂ ਕੀਤੀ ਕਿਸੇ ਕੋਰਟ ਦੇ ਵਿੱਚ। ਜਿਹੜੇ ਸਟ੍ਰਿਕਚਰ ਪਾਸ ਹੋਏ ਉਹਨਾਂ ਦੇ ਖਿਲਾਫ ਨਹੀਂ ਕੁਝ ਕਿਹਾ। ਸੋ ਇਹ ਜਵਾਬ ਤਾਂ ਦੇਣ ਕਿਸੇ ਗੱਲ ਦਾ। ओके क्लियर जी, मैं जवाब लेना ना तो पर अमरिंदर जी ने भी जो सवाल किया उन्होंने कि डेरा सिरसा की गल की है कि जड़ा उत्थे जाके जुड़दियां जो अकाली दल की सरकार सी उस वेले जिहड़ियां उन्होंने रियायतां दित्तियां गईयां, माफी दी गई,
ਉਹ ਵੀ ਸਾਰੇ ਮਾਮਲੇ ਦੀ ਜੜ ਹੈ, ਉਸ ਪਾਸੇ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਸਵਾਲ ਅਮਰਿੰਦਰ ਜੀ ਨੇ ਕੀਤਾ ਅਕਾਲੀ ਦਲ। ਸਰਦਾਰ ਅਮਰਿੰਦਰ ਸਿੰਘ ਤਾਂ ਇਸ ਗੱਲਾਂ ਨੂੰ ਬਹੁਤ ਬਖੂਬੀ ਸਮਝਦੇ ਨੇ, ਸਿਸਟਮ ਦੇ ਵਿੱਚ ਰਹੇ ਨੇ। ਪਹਿਲੀ ਗੱਲ ਤਾਂ ਜਿਹੜੀ ਡੇਰਾ ਸਰਸਾ ਦੀ ਮਾਫੀ ਵਾਲੀ ਗੱਲ ਕਰਦੇ ਨੇ, ਹੁਕਮਨਾਮਾ ਜਿਹੜਾ ਜਾਰੀ ਹੋਇਆ ਸੀਗਾ ਜੀ, ਮੈਂ ਜੇ ਗਲਤ ਹੋਵਾਂ ਤਾਂ ਮੈਨੂੰ ਉਰੀ ਕਰੈਕਟ ਕਰ ਦਿਓ, ਸਿੱਖ ਸੰਗਤ ਵਾਸਤੇ ਹੋਇਆ ਸੀ। ਸਿੱਖ ਸੰਗਤ ਦੇ ਖਿਲਾਫ ਸਿੱਖ ਸੰਗਤ ਨੂੰ ਵੀ ਕਿਹਾ ਸੀਗਾ ਕਿ ਇਸ ਡੇਰੇ ਦੇ ਨਾਲ ਕਿਸੇ ਨੇ ਰੋਟੀ ਬਾਟੀ ਦੀ ਸਾਂਝ ਨਹੀਂ ਰੱਖਣੀ। ਸੋ ਹੁਕਮਨਾਮਾ ਜੇ ਉੱਥੋਂ ਵਾਪਸ ਲਿਆ, ਉਹ ਵੀ ਅਕਾਲ ਤਖਤ ਸਾਹਿਬ ਨੇ ਲਿਆ। ਅਕਾਲ ਤਖਤ ਸਾਹਿਬ ਇੱਕ ਸੁਪਰੀਮ ਬੋਡੀ ਹੈ, ਸੀਐਮ ਮੁੱਖ ਮੰਤਰੀ ਦੇ ਘਰ ਬੁਲਾਉਣਾ, ਇਹ ਤਾਂ ਗੱਲਾਂ ਬਿਲਕੁਲ ਇੱਕ ਆਪਣੀ ਇਹਨਾਂ ਦੀ ਫੈਂਟਸੀ ਹੋ ਸਕਦੀ ਹੈ, ਕਿਉਂਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿੱਚ ਵੀ ਇਹ ਗੱਲ ਪ੍ਰੂਵ ਨਹੀਂ ਹੋ ਸਕੀ ਸੀ ਕਿ ਜਥੇਦਾਰ ਸਾਹਿਬਾਨ ਨੂੰ ਕਦੇ ਮੁੱਖ ਮੰਤਰੀ ਦੇ ਰੈਜ਼ੀਡੈਂਸ ਤੇ ਬੁਲਾਇਆ ਗਿਆ। ਸੋ ਗੱਲਾਂ ਇੱਕ ਫੈਂਟਸਾਈਜ਼ ਨੇ, ਉਹ ਉਹੀ ਜਿੱਦਾਂ ਹਾਈ ਕੋਰਟ ਦਾ ਕਹਾਣਾ ਇੱਕ ਫਿਲਮੀ ਕਹਾਣੀ ਘੜੀ ਜਾ ਰਹੀ ਸੀ, ਇਹ ਤੋਂ ਵੱਧ ਕੇ ਕੁਝ ਨਹੀਂ ਹੈਗੀ। ਜੀ ਕਲੀਅਰ ਜੀ, ਥੈਂਕ ਯੂ, ਤੁਹਾਡੀ ਗੱਲ ਆ ਗਈ। ਸੋ ਐਸਾ ਬ੍ਰੇਕ ਤੋਂ ਪਹਿਲਾਂ ਮੈਂ ਇਸ ਮੁੱਦੇ ਤੇ ਜਿਹੜਾ ਜਵਾਬ ਲੈਣਾ ਚਾਹਾਂਗਾ ਜੋ ਕਲੀਅਰ ਜੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਗੱਲ ਕੀਤੀ ਗਈ, ਨਵਜੋਤ ਸਿੱਧੂ ਜਦੋਂ ਕੈਬਨਿਟ ਮੰਤਰੀ ਸੀ, ਕੈਬਨਿਟ ਚ ਉਹਨੇ ਕਿਹਾ, ਕਹਿੰਦੇ ਹੁਣ ਜਿਹੜੀ ਇੰਟਰਵਿਊ 'ਚ ਇਹ ਗੱਲ ਆਈ ਹੈ ਕਿ ਵੀ ਇਹ ਚੋਣਾਂ ਵਾਸਤੇ ਮੁੱਦਾ ਰੱਖਿਆ ਜਾਵੇ, ਉਦੋਂ ਕੰਮ ਆਏਗਾ ਆਪਣੇ, ਇਦਾਂ ਦੀ ਗੱਲ ਹੈ ਸਵੈਜ ਜੀ? ਦੇਖੋ ਇਦਾਂ ਹੈ ਵੀ ਆਪਣਾ ਅਕਾਲੀ ਦਲ ਉਹ ਜਿਹੜੀਆਂ ਕੈਬਨਿਟ ਦੀਆਂ ਮੀਟਿੰਗ ਆ ਉਹ ਮਿੰਟਸ ਕਾਪੀ ਲੈ ਕੇ ਪੇਸ਼ ਕਰਦੇ, ਫਿਰ ਦਿਖਾ ਦੇ ਲੋਕਾਂ ਸਾਹਮਣੇ ਲਿਆ ਕੇ ਜਿਹੜੀ ਹੈਗੀ ਗੱਲ ਕਰੇ। ਵੈਸੇ ਹਿੰਦੁਸਤਾਨ ਟਾਈਮਸ 'ਚ ਨਵਜੋਤ ਸਿੱਧੂ ਦਾ ਬਿਆਨ ਹੈ ਜੀ, ਤੁਹਾਡੇ ਆਪਦੇ ਮੰਤਰੀ ਦਾ ਐਮਐਲਏ ਦਾ ਬਿਆਨ ਹੈ, ਮੈਂ ਨਹੀਂ ਕੋਟ ਕਰ ਰਿਹਾ, ਤੁਹਾਡਾ ਐਮਐਲਏ ਕਹਿ ਰਿਹਾ, ਉਹਨੂੰ ਪੁੱਛੋ। ਤੁਸੀਂ ਇਹ ਗੱਲ ਕਹੀ ਹੈ ਕਿ ਰਿਕਾਰਡ ਦੀ ਗੱਲ ਹੈਗੀ, ਰਿਕਾਰਡ ਕਿਹੜੀ ਗੱਲ ਰਿਕਾਰਡ ਦੀ ਹਿੰਦੁਸਤਾਨ ਟਾਈਮਸ ਦੇ ਪੇਜ ਦੇ ਉੱਤੇ ਉਹਦਾ ਬਿਆਨ ਛਪਿਆ ਜੀ। ਤੁਹਾਡਾ ਐਮਐਲਏ ਕਹਿ ਰਿਹਾ ਤਾਂ ਸਵੈਜ ਸਾਹਿਬ ਉਹਨੂੰ ਸਵਾਲ ਕਰੋ, ਮੈਨੂੰ ਨਹੀਂ ਸਵਾਲ ਕਰ ਸਕਦੇ ਤੁਸੀਂ। ਤੁਹਾਡਾ ਐਮਐਲਏ ਜਾਂ ਤਾਂ ਡਿਸਓਨ ਕਰ ਦੋ ਜਾਂ ਤਾਂ ਨਵਜੋਤ ਸਿੱਧੂ ਨੂੰ ਡਿਸਓਨ ਕਰ ਦੋ। ਜਿਹੜੀਆਂ ਅਖਬਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਮੈਟਰ ਰਿਕਾਰਡ ਨਹੀਂ ਕਹਿੰਦੇ, ਮੈਟਰ ਰਿਕਾਰਡ ਹੈਗਾ ਜਿਹੜੀ ਮੀਟਿੰਗ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਉਸ ਹਰ ਮੀਟਿੰਗ ਦੇ ਮਿੰਟਸ ਰਿਕਾਰਡ ਹੁੰਦੇ ਨੇ, ਉਹ ਤੁਸੀਂ ਲਿਆ ਕੇ ਲੋਕਾਂ ਅੱਗੇ ਪੇਸ਼ ਕਰਕੇ ਸਟੇਟਮੈਂਟ ਹੈ ਜੀ, ਲੋਕਾਂ ਨੂੰ ਪਤਾ ਲੱਗ ਜਾਏਗਾ। ਸਟੇਟਮੈਂਟ ਹੈ, ਡਿਸਓਨ ਕਰ ਦੋ ਨਾ, ਨਵਜੋਤ ਸਿੱਧੂ ਨੂੰ ਡਿਸਓਨ ਕਰ ਦੋ, ਉਹਦਾ ਹਰ ਚੈਨਲ ਤੇ ਬਿਆਨ ਦੇ ਰਿਹਾ। ਚਲੋ ਕਲੀਅਰ ਜੀ, ਆਪਾਂ ਜਵਾਬ ਲੈ ਲਈਏ, ਸਵੈਜ ਜੀ ਦਾ ਜਵਾਬ ਲੈ ਲਈਏ, ਫਿਰ ਆਪਾਂ ਬ੍ਰੇਕ ਲੈਣੀ ਹੈ। ਸਵੈਜ ਸਾਹਿਬ ਤੋ ਇਹ ਗੱਲਾਂ ਉਹ ਕਰੋ ਜਿਹੜੇ ਗੱਲਾਂ ਜੀ ਤੁਸੀਂ ਸਾਬਤ ਕਰ ਸਕਦੇ ਹੋ, ਰਿਕਾਰਡ ਤੇ ਲਿਆ ਕੇ ਪੇਸ਼ ਕਰ ਦੇਣ, ਜਿਹੜੀ ਕਾਪੀ ਹੈਗੀ ਜਿੱਥੇ ਆ ਗੱਲਾਂ ਹੋਈਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੰਨਾ ਦੇਖੋ ਸਾਡੀ ਜਿਹੜੀ ਪਾਰਟੀ ਜਦੋਂ ਸਰਕਾਰ 'ਚ ਆਈ ਹੈਗੀ ਹੈ, ਅਸੀਂ ਆਉਂਦੇ ਸਾਰ ਹੀ ਕਾਰਵਾਈ ਸ਼ੁਰੂ ਕਰਤੀ ਸੀ। ਬੇਸ਼ੱਕ ਡਿਲੇ ਹੋਇਆ, ਨੋ ਡਾਊਟ, ਦੇਖੋ 4 ਸਾਲ 4.5 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਤੇ ਇਹ ਫੈਸਲਾ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਜੋ ਦੋਸ਼ੀ ਹੈਗੇ ਆ ਉਹਨਾਂ ਨੂੰ ਜੋ ਬੇਗੁਨਾਹ ਜੋ ਹੈਗੇ ਆ, ਜੋ ਵੀ ਹੈਗਾ ਉਹਦਾ ਨਿਪਟਾਰਾ ਜਿਹੜਾ ਹੈਗਾ ਉਹ ਹੋਣਾ ਜਲਦੀ ਹੋਣਾ ਚਾਹੀਦਾ ਸੀਗਾ। ਤੇ ਚਲੋ ਹੁਣ ਮਾਨਯੋਗ ਹਾਈ ਕੋਰਟ ਨੇ ਉਹ ਰਿਪੋਰਟ ਪੇਸ਼ ਕਰਤੀ ਹੈਗੀ ਹੈ, ਉਹ ਵੱਖਰੀ ਗੱਲ ਹੈਗੀ ਹੈ। ਉਸ ਤੋਂ ਬਾਅਦ ਹੁਣ ਵੀ ਬੜੀ ਤੇਜ਼ੀ ਨਾਲ ਜਿਹੜੀ ਹੈਗੀ ਤਫਤੀਸ਼ ਹੋ ਕੇ ਇਹ ਜਲਦੀ ਤੋਂ ਜਲਦੀ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਪਤਾ ਲੱਗੇਗਾ ਕਿ ਚਲਾਨ ਪੇਸ਼ ਹੋ ਗਏ ਕੋਰਟ ਦੇ ਵਿੱਚ, ਕਾਰਵਾਈ ਸ਼ੁਰੂ ਹੋ ਜਾਏਗੀ। ਚਲੋ ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ, ਸੱਚ ਕੀ ਹੈ, ਇਹਨਾਂ ਮੁੱਦਿਆਂ ਤੇ ਲਵਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਸਵੈਜ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਅਮਰਿੰਦਰ ਜੀ ਨੇ ਬ੍ਰੇਕ ਤੋਂ ਪਹਿਲਾਂ ਗੱਲ ਕਹੀ ਸੀ ਕਿ ਬੇਅਦਬੀ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਤੇ ਬਾਦਲ ਆਪਸ ਵਿੱਚ ਮਿਲੇ ਹੋਏ, ਇਸ ਕਰਕੇ ਕੋਈ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਸਿੱਧਾ ਉਹਨਾਂ ਨੇ ਟਾਰਗੇਟ ਕੀਤਾ, ਕੇਵਲ ਉਹਨਾਂ ਨੇ ਨਹੀਂ ਕੀਤਾ, ਜਿੱਦਾਂ ਕਲੀਅਰ ਜੀ ਕਹਿ ਰਹੇ ਹੈ। ਇਸ ਮੁੱਦੇ ਤੇ ਪਾਰਟੀ ਦੇ ਅੰਦਰੋਂ ਵੀ ਨਵਜੋਤ ਸਿੱਧੂ ਦੀ ਗੱਲ ਕਰ ਲਈਏ, ਪ੍ਰਗਟ ਸਿੰਘ ਦੀ ਗੱਲ ਕਰ ਲਈਏ, ਹੋਰਾਂ ਲੋਕਾਂ ਦੀ ਗੱਲ ਕਰ ਲਈਏ, ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਜੋ ਕਲੀਅਰ ਜੀ ਹੁਣ ਕਹਿ ਰਿਹਾ ਉਹ ਹੁਣ 18 ਨਕਾਤੀ ਏਜੰਡੇ 'ਚ ਸ਼ਾਮਲ ਕੀਤਾ ਗਿਆ ਬੇਅਦਬੀ ਦਾ ਮੁੱਦਾ। ਦੇਖੋ ਏਦਾਂ ਸਾਹਿਬ, ਜਿਹੜੇ ਹੁਣ ਦੇਰੀ ਹੋਈ ਹੈ 4.5 ਸਾਲ ਸਾਡੀ ਸਰਕਾਰ ਨੂੰ ਆਇਆ ਹੋ ਗਏ ਨੇ, ਇਸ ਸਥਿਤੀ ਦੇ ਕਾਰਨ ਕਰਕੇ ਸਵਾਲ ਤਾਂ ਖੜੇ ਹੁੰਦੇ ਨੇ ਤੇ ਸਾਰੇ ਲੋਕਾਂ ਨੂੰ ਹੱਕ ਹੈਗਾ ਕਿ ਆਪਦੇ ਸਵਾਲ ਜਿਹੜੇ ਹੈਗੇ ਆ, ਜੋ ਚਿੰਤਾਵਾਂ ਨੇ ਜਾਂ ਜੋ ਗੱਲਾਂ ਦੇ ਵਿੱਚ ਸੱਚਾਈ ਹੈ ਨਹੀਂ, ਉਹ ਵੱਖਰੀ ਗੱਲ ਹੈਗੀ ਹੈ ਕਿ ਕੌਣ ਕਿਤਨਾ ਮਿਲਿਆ ਨਹੀਂ ਮਿਲਿਆ, ਉਹ ਵੱਖਰਾ ਇਸ਼ੂ ਹੈਗਾ। ਲੇਕਿਨ ਜਿਹੜੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਤੇ ਉਸੇ ਕਰਕੇ ਸਾਡੀ ਜਿਹੜੀ ਹਾਈ ਕਮਾਂਡ ਪਾਰਟੀ ਨੇ ਵੀ ਕਿਹਾ ਹੈ ਸਰਕਾਰ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਤੁਸੀਂ ਇਸ ਗੱਲ ਦਾ, ਇਸ ਮੁੱਦਾ ਜਿਹੜਾ ਹੈਗਾ ਇਹ ਭਾਵੁਕ ਮੁੱਦਾ ਹੈਗਾ, ਲੋਕਾਂ ਦੇ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਪੂਰਾ ਜਿਹੜਾ ਵਿਸ਼ਵ ਦੇ ਜਿਹੜਾ ਹੈਗਾ ਸਿੱਖ ਪੰਥ ਹੈਗਾ, ਪੂਰੇ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਇਸ ਮੁੱਦੇ ਤੇ ਨਿਪਟਾਰਾ ਹੋਣਾ ਜਿਹੜੀ ਹੈਗਾ ਉਹਦੀ ਉਡੀਕ ਕਰ ਰਹੇ ਨੇ ਤੇ ਇਸ ਕਰਕੇ ਤੁਹਾਨੂੰ ਇਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਕਰਨਾ ਚਾਹੀਦਾ, ਇਨਸਾਫ ਜਿਹੜਾ ਹੈਗਾ ਦਿਵਾਉਣਾ ਚਾਹੀਦਾ ਲੋਕਾਂ ਨੂੰ। ਇਸ ਕਰਕੇ ਜਿਹੜੀ ਹੈਗੀ ਹੁਣ ਤੇਜ਼ੀ ਆ ਰਹੀ ਹੈ, ਤਫਤੀਸ਼ ਦੇ ਤੇਜ਼ੀ ਆ ਰਹੀ ਹੈ ਤੇ ਜਲਦੀ ਜਿਹੜੀ ਹੈਗੀ ਆ ਉਹ ਫਾਈਨਲ ਜਿਹੜੀ ਹੈਗੀਆਂ ਉਹ ਗੱਲਾਂ ਹੋਣਗੀਆਂ
ਸੋ ਇਹ ਜ਼ਰੂਰੀ ਹੈਗਾ। ਤੇ ਮੈਂ ਵੀ ਕਹਿਣਾ ਤੁਸੀਂ ਸਾਰੇ ਮੰਨਦੇ ਆ ਕਿ ਇਨਸਾਫ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ, ਹੋਰ ਤਾਂ ਦੇਰੀ ਬਿਲਕੁਲ ਨਹੀਂ ਹੋਣੀ ਚਾਹੀਦੀ ਹੈਗੀ ਹੈ। ਹੁਣ ਜੋ ਵੀ ਹੈਗਾ ਸਾਹਮਣੇ ਲੋਕਾਂ ਦੇ ਆ ਜਾਣਾ ਚਾਹੀਦਾ ਜੀ ਸਰ। ਓਕੇ, ਮਿਹਰਬਾਨੀ ਅਮਰਿੰਦਰ ਜੀ। ਰੇਜ ਜੀ ਨੇ ਤੁਹਾਡੇ ਜਵਾਬ 'ਚ ਇਹ ਗੱਲ ਕਹੀ ਹੈ ਕਿ ਸਾਰੀਆਂ ਜਿਹੜੀਆਂ ਘੜੀਆਂ ਕੜਾਈਆਂ ਕਹਾਣੀਆਂ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕਦੇ ਨਾ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਤੇ ਗਏ ਹੈ ਨਾ ਜਾਣਗੇ, ਉਹਨਾਂ ਦਾ ਰੁਤਬਾ ਨਹੀਂ ਹੈ ਮੁੱਖ ਮੰਤਰੀ ਦੀ ਰਿਹਾਇਸ਼ ਤੇ ਜਾਣਾ। ਇਹ ਵਿਰੋਧੀ ਧਿਰਾਂ ਵੱਲੋਂ ਜਾਂ ਕੁਝ ਹਲਕਿਆਂ ਵੱਲੋਂ ਇਦਾਂ ਦੀਆਂ ਗੱਲਾਂ ਘੜੀਆਂ ਗਈਆਂ। ਦੇਖੋ ਸਿੱਧੂ ਸਾਹਿਬ, ਇਹ ਜਿਹੜੀ ਗੱਲ ਹੈ ਮੈਂ ਨਹੀਂ ਕਹਿ ਰਿਹਾ, ਇਹ ਜਿਹੜੇ 5 ਸਿੰਘ ਸਾਹਿਬਾਨ ਦੇ ਵਿੱਚੋਂ ਇੱਕ ਸਿੰਘ ਸਾਹਿਬ ਸੀਗੇ ਯਾਨੀ ਗੁਰਮੁਖ ਸਿੰਘ, ਜੇ ਮੈਂ ਨਾਮ ਗਲਤ ਨਾ ਕਹਾਂ, ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਸੀਐਮ ਹਾਊਸ ਬੁਲਾਇਆ ਗਿਆ ਤੇ ਅਸੀਂ ਪੰਜੋਂ ਸਿੰਘ ਜਿਹੜੇ ਉੱਥੇ ਗਏ ਤੇ ਉੱਥੇ ਸਾਨੂੰ ਡਿਕਟੇਸ਼ਨ ਦਿੱਤੀ ਗਈ। ਇਹ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਹੈਗੀਆਂ, ਇਹ ਗੱਲ ਕੋਈ ਮੈਂ ਵੇਖ ਗੱਲ ਨਹੀਂ ਮੈਂ ਕਰ ਰਿਹਾ। ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਤੇ ਬਾਅਦ ਦੇ ਵਿੱਚ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਉੱਥੋਂ ਨੌਕਰੀ ਤੋਂ ਬਰਤਰਫ ਨਹੀਂ ਕੀਤਾ ਗਿਆ, ਉਹਨਾਂ ਦੀਆਂ ਬਦਲੀਆਂ ਕੀਤੀਆਂ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਆਰਮ ਟਵਿਸਟਿੰਗ ਕਰਕੇ ਵਾਪਸ ਮੁਕਰਾਇਆ ਵੀ ਗਿਆ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਹੈਗੀਆਂ। ਕਿਵੇਂ ਸਾਰਾ ਘਟਨਾਕ੍ਰਮ ਘਟਿਆ ਇਹ ਸਾਰੀ ਜਨਤਾ ਜਾਣਦੀ ਹੈ ਤੇ ਕੋਈ ਇੱਕ ਐਪੀਸੋਡ ਨਹੀਂ ਹੈ ਕਿ ਵੀ ਜਥੇਦਾਰਾਂ ਨੂੰ ਇੱਕ ਵਾਰੀ ਬੁਲਾਇਆ ਗਿਆ, ਮਲਟੀਪਲ ਟਾਈਮਸ ਤਾਂ ਜਥੇਦਾਰਾਂ ਨੂੰ ਬੁਲਾਇਆ ਗਿਆ। ਤੇ ਇਹ ਤਾਂ ਆਮ ਤੌਰ ਤੇ ਦੇਖਿਆ ਗਿਆ ਕਿ ਸੀਐਮ ਹਾਊਸ ਤੋਂ ਜਿਹੜੇ ਫਰਮਾਨ ਜਾਂਦੇ ਸੀ, ਪ੍ਰੈਸ ਨੋਟ ਬਣ ਕੇ ਜਾਂਦੇ ਸੀ ਜਾਂ ਕਾਗਜ਼ ਬਣ ਕੇ ਜਾਂਦੇ ਸੀ ਕਿ ਵੀ ਇਸ ਤਰੀਕੇ ਦਾ ਹੁਕਮਨਾਮਾ ਜਾਰੀ ਕਰਨਾ। ਇਹ ਮੈਂ ਮਨ ਘੜਤ ਗੱਲ ਨਹੀਂ ਕਰ ਰਿਹਾ, ਕੋਈ ਪੋਲੀਟੀਕਲ ਐਂਗਲ ਤੋਂ ਮੈਂ ਗੱਲ ਨਹੀਂ ਕਰ ਰਿਹਾ, ਪਬਲਿਕ ਡੋਮੇਨ ਦੀਆਂ ਗੱਲਾਂ ਹੈਗੀਆਂ, ਇਹ ਟਰੂ ਫੈਕਟਸ ਹੈਗੇ ਆ ਤੇ ਇਸ ਤੋਂ ਇਹ ਪੱਲਾ ਨਹੀਂ ਝਾੜ ਸਕਦੇ। ਇਸੇ ਕਰਕੇ ਇਹਨਾਂ ਦੀ ਸਰਕਾਰ ਗਈ ਹੈ ਕਿਉਂਕਿ ਇਹ ਇੰਨਾ ਕੁਝ ਕਰਕੇ ਵੀ ਇਹ ਰਿਪੈਂਟੈਂਸ ਨਹੀਂ ਹੈ ਇਹਨਾਂ ਨੂੰ ਕੋਈ ਮਤਲਬ ਅਫਸੋਸ ਨਹੀਂ ਹੈ ਕਿ ਅਸੀਂ ਪੰਥਕ ਜਿਹੜੀਆਂ ਮਰਿਆਦਾਵਾਂ ਉਹਨਾਂ ਦੀਆਂ ਧੱਜੀਆਂ ਉਡਾਈਆਂ। ਇਹ ਤਾਂ ਕਹਿ ਰਹੇ ਕਿ ਬਈ ਇਹ ਦੂਜੇ ਬੰਦੇ ਸਾਡੇ ਤੇ ਇਲਜ਼ਾਮ ਲਾ ਰਹੇ ਆ ਤੇ ਕੁਦਰਤ ਜਿਹੜੀ ਹੈ ਇਸੇ ਕਰਕੇ ਇਹਨਾਂ ਨੂੰ ਉਹਨੇ ਪਾਵਰ ਤੋਂ ਦੂਰ ਕੀਤਾ ਕਿਉਂਕਿ ਇਹਨਾਂ ਦੇ ਅਫਸੋਸ ਹੀ ਨਹੀਂ ਇਹਨਾਂ ਨੂੰ ਕਿ ਅਸੀਂ ਪੰਥਕ ਮਰਿਆਦਾ ਦਾ ਜਿਹੜਾ ਉਲੰਘਣ ਕੀਤਾ, ਉਹਦਾ ਲੀਰ ਕੀਤੀ ਹੈ ਪੰਥ ਦੀਆਂ ਰਵਾਇਤਾਂ। ਸੋ ਇਹ ਇਹਨਾਂ ਦੀ ਜਿਹੜਾ ਕਾਰਨ ਹੈ ਕਿ ਬਈ ਇਹ ਇਸ ਮੁਕਾਮ ਤੇ ਪਹੁੰਚੇ ਹੈ, ਨਹੀਂ ਤਾਂ ਇਹਨਾਂ ਦੀ ਸਰਦਾਰੀ ਸੀ ਪੂਰੇ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਕਿੱਥੇ ਪਹੁੰਚ ਗਿਆ। ਇਹਦਾ ਰੀਜ਼ਨ ਹੈ ਕੁਛ ਨਾ ਕੁਛ ਵਜ੍ਹਾ ਹੁੰਦੀ ਹੈ ਜਿਹੜਾ ਬੰਦੇ ਦੀ ਉਹ ਗਿਰਾਵਟ ਹੁੰਦੀ ਹੈ ਤੇ ਮੈਂ ਇਹ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਵੀ ਉਸੇ ਹਾਸ਼ੀਏ ਤੇ ਜਾਏਗੀ ਕਿਉਂਕਿ ਜਿਸ ਹਿਸਾਬ ਨਾਲ ਕੈਪਟਨ ਸਾਹਿਬ ਨੇ ਲੋਕਾਂ ਨੂੰ ਇਸ ਭਾਵਨਾ ਤੇ ਤਖਤ ਵੱਲ ਉਹਨਾਂ ਨੇ ਇਸ਼ਾਰਾ ਕਿ ਵੀ ਮੈਂ ਨਿਆਂ ਦਵਾਵਾਂਗਾ ਤੇ 4.5 ਸਾਲ ਦੇ ਵਿੱਚੋਂ ਕਦੀ ਗੱਲਾਂ ਆ ਰਹੀਆਂ ਕਿ ਅਸੀਂ ਇਹਨੂੰ ਲਾਸਟ 'ਚ ਚੱਕਾਂਗੇ, ਇਹਨੂੰ ਫਸਟ 'ਚ ਚੱਕਾਂਗੇ। ਇਸ ਤਰੀਕੇ ਨਾਲ ਇਹਨੂੰ ਇੱਕ ਮਤਲਬ ਇੱਕ ਚੁਣਾਵੀ ਮੁੱਦਾ ਬਣਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ। ਉਹ ਜਿਹੜਾ ਤੁਹਾਡਾ ਵਿਊ ਪੁਆਇੰਟ ਆ ਗਿਆ ਅਮਰਿੰਦਰ ਜੀ। ਅਮਰਿੰਦਰ ਜੀ ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਕਲੀਅਰ ਸਾਹਿਬ ਅਮਰਿੰਦਰ ਜੀ ਨੇ ਵੀ ਕਿਹਾ, ਉਹ ਕਹਿੰਦੇ ਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਕਿਹਾ, ਅਕਾਲੀ ਦਲ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਅਕਾਲੀ ਦਲ ਨੂੰ ਉਹਦੇ ਤੇ ਪਛਤਾਵਾ ਨਹੀਂ ਹੋਇਆ, ਤਾਂ ਹੀ ਪੰਜਾਬ ਦੇ ਲੋਕਾਂ ਨੇ ਉਸ ਨੂੰ ਤੀਜੀ ਧਿਰ ਤੇ ਲਿਆ ਕੇ ਖੜਾ ਕੀਤਾ। ਔਰ ਸਵੈਤ ਜੀ ਦਾ ਵੀ ਕਹਿਣਾ ਹੈ ਕਿ ਅਸੀਂ ਤਾਂ ਇਨਸਾਫ ਤੇ ਨਿਆਂ ਦੀ ਗੱਲ ਕਰ ਰਹੇ ਹਾਂ, ਕਿਸੇ ਬਦਲੇਖੋਰੀ ਦੀ ਭਾਵਨਾ ਨਾਲ ਨਹੀਂ। ਸਿੱਧੂ ਸਾਹਿਬ ਦੇਖੋ, ਜਿੱਥੇ ਤੱਕ ਗੱਲ ਹੈ ਪਛਤਾਵੇ ਦੀ, ਇਸ ਗੱਲ ਦਾ ਪਛਤਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਸ ਟਾਈਮ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਔਰ ਉਹਦੀ ਲੋਕਾਂ ਨੇ ਸਾਨੂੰ ਸਜ਼ਾ ਵੀ ਦਿੱਤੀ। ਪਰ ਗੱਲ ਅੱਜ ਇਹ ਹੈ ਕਿ ਦੋਸ਼ੀ ਹੈ ਕੌਣ, ਬੇਅਦਬੀ ਕਰਾਈ ਕਿਹਨਾਂ ਨੇ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬੇਅਦਬੀ ਹੁੰਦੀ ਹੈ ਉਸ ਟਾਈਮ ਇਹੀ ਕੈਪਟਨ ਅਮਰਿੰਦਰ ਸਿੰਘ, ਇਹੀ ਰਾਹੁਲ ਗਾਂਧੀ, ਸੁੱਚਾ ਸਿੰਘ ਛੋਟੇਪੁਰ ਔਰ ਜਿੰਨੀਆਂ ਦਾਦੂਵਾਲ ਸਾਹਿਬ, ਮੰਡ ਸਾਹਿਬ, ਢੱਡਰੀਆਂ ਵਾਲੇ, ਇਹਨਾਂ ਦੀ ਮੰਗ ਦੇ ਉੱਤੇ ਹੀ ਇਹ ਜਿਹੜੀ ਜਾਂਚ ਹੈ ਬੇਅਦਬੀਆਂ ਦੀ, ਇਹ CBI ਨੂੰ ਭੇਜੀ ਗਈ। ਔਰ 2017 ਦੇ ਵਿੱਚ ਇਹਨਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਹੋ ਗਿਆ, ਕਾਂਗਰਸ ਨੂੰ ਇਹ ਜਾਂਚ ਵਾਪਸ ਲੈ ਆਏ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਵੈਤ ਸਾਹਿਬ ਨੂੰ ਕਿ 4.5 ਸਾਲ ਤੋਂ ਜਾਂਚ ਦੇ ਵਿੱਚ ਹੋਇਆ ਕੀ? ਸਿਰਫ ਉਹਨੂੰ ਇੱਕ ਸਿਆਸੀ ਹਥਿਆਰ ਦੇ ਤੌਰ ਤੇ ਵਰਤਿਆ, ਜਿੱਦਾਂ ਹਾਈ ਕੋਰਟ ਨੇ ਕਿਹਾ ਕਿ ਸਿਰਫ ਇਹ ਇੱਕ ਸਿਆਸੀ ਘੋੜਾ ਸੀ, ਕੁੰਵਰ ਵਿਜੇ ਪ੍ਰਤਾਪ ਆਪਣੇ ਸਿਆਸੀ ਮੁਫਾਦ ਤਲਾਸ਼ ਰਿਹਾ ਸੀ। ਔਰ ਉਹ ਸਹੀ ਵੀ ਹੋਈਆਂ ਗੱਲਾਂ, ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਔਰ ਕਿਸ ਤਰੀਕੇ ਦੇ ਨਾਲ ਜਾਂਚ ਦਾ ਸਿਆਸੀਕਰਨ ਹੋਇਆ। ਔਰ ਅਮਰਿੰਦਰ ਸਿੰਘ ਜੀ ਜੋ ਗੱਲ ਕਹਿੰਦੇ ਨੇ, ਗਿਆਨੀ ਗੁਰਮੁਖ ਸਿੰਘ ਜੀ ਨੇ ਤਾਂ ਉਹ ਸਟੇਟਮੈਂਟ ਨੂੰ ਕੰਟਰਾਡਿਕਟ ਕੀਤਾ ਕਿ ਅੰਡਰ ਪ੍ਰੈਸ਼ਰ ਉਹ ਸਟੇਟਮੈਂਟ ਉਹਨਾਂ ਤੋਂ ਕਹਾਈ ਗਈ ਹੈ, ਤੋੜ ਮਰੋੜ ਕੇ ਪੇਸ਼ ਕੀਤੀ ਗਈ। ਪਰ ਮੈਂ ਇੱਕ ਗੱਲ ਕਹਿਣਾ ਕਿ ਮੁੱਖ ਮੰਤਰੀ ਦੇ ਆਵਾਸ ਦੇ ਵਿੱਚ ਅਗਰ ਇੱਕ ਵੀ ਬੰਦਾ ਵੜਦਾ, ਮੁੱਖ ਮੰਤਰੀ ਆਪ ਵੀ ਜਦੋਂ ਕਿਤੇ ਆਉਂਦੇ ਜਾਂਦੇ ਉਸ ਗੱਲ ਦਾ ਰਿਕਾਰਡ ਹੁੰਦਾ। ਔਰ ਜਸਟਿਸ ਰਣਜੀਤ ਸਿੰਘ ਨੇ ਉਹ ਸਾਰਾ ਰਿਕਾਰਡ ਖੰਗਾਲਿਆ ਪਰ ਕੋਈ ਐਸਾ ਐਵੀਡੈਂਸ ਸਾਹਮਣੇ ਨਹੀਂ ਆਇਆ ਕਿ ਕਦੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਉੱਥੇ ਆਏ ਜਾਂ ਗਏ। ਸੋ ਕਿਤੇ ਨਾ ਕਿਤੇ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਿਰੋਧੀ ਧਿਰਾਂ ਵੱਲੋਂ ਗੱਲਾਂ ਬਣਾਈਆਂ ਗਈਆਂ ਨੇ। ਨਹੀਂ, ਅੱਜ ਮੈਂ ਤਾਂ ਦੁਬਾਰਾ ਕਹਿਣਾ ਜੀ, ਹਰ ਇੱਕ ਧਿਰ ਨੂੰ ਇਹ ਗੱਲ ਕਹਿਣਾ ਕਿ ਇੰਨੇ 6 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਸਬੂਤ ਤਾਂ ਲਿਆਓ। ਕੱਲੀਆਂ ਗੱਲਾਂ ਦੇ ਨਾਲ ਹੀ ਆਪਾਂ ਬਦਨਾਮ ਕਰਨਾ। ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਸਬੂਤ ਜੇ ਕਿਸੇ ਕੋਲ ਹੈਗਾ
ਤਾਂ ਉਹ ਧਿਰ ਸਾਹਮਣੇ ਆਵੇ, ਅਸੀਂ ਹੱਥ ਬੰਨ ਕੇ ਸਵੀਕਾਰਾਂਗੇ। ਪਰ ਇਹ ਸਬੂਤ ਲੈ ਕੇ ਆਉਣ, ਕੱਲੀ ਬਦਨਾਮ ਕਰਨ ਵਾਲੀ ਰਾਜਨੀਤੀ ਔਰ ਸਿਆਸੀ ਹਥਿਆਰ ਦੇ ਵਜੋਂ ਉਹਨੂੰ ਜਾਂਚ ਨੂੰ ਵਰਤਣ। ਥੈਂਕ ਯੂ ਕਲੇਰ ਸਾਹਿਬ, ਥੈਂਕ ਯੂ। ਬਿਲਕੁਲ ਤੁਹਾਡਾ ਵਿਊ ਬਣਾ ਗਿਆ। ਸਵੈਸਾ ਕਲੇਰ ਸਾਹਿਬ ਨੇ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਆ ਲਲਕਾਰ ਕੇ ਗੱਲ ਕਹੀ ਹੈ ਕਿ ਕੋਈ ਸਬੂਤ ਤਾਂ ਲਿਆਓ, 4.5 ਸਾਲ ਦਾ ਸਮਾਂ ਨਿਕਲ ਗਿਆ। ਇੱਕ ਗੱਲ ਦਾ ਜਵਾਬ। ਦੂਸਰੀ ਗੱਲ ਜਿਹੜੀ ਹੈਗੀ ਸਵੈਸਾ, ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਜਿੱਦਾਂ ਵਿਰੋਧੀਆਂ ਵੱਲੋਂ ਵੀ ਆਵਾਜ਼ ਉਠਾਈ ਜਾ ਰਹੀ ਹੈ, ਜਿਸ ਮੁੱਦੇ ਤੇ ਕੋਈ ਨਿਆਂ ਨਹੀਂ ਮਿਲਦਾ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤਾਂ ਆਉਣੀਆਂ, ਫਿਰ ਕੀ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਨਵੇਂ ਸਿਰੇ ਤੋਂ ਵੱਡਾ ਮਾਮਲਾ ਹੋਏਗਾ ਆ ਰਹੀ ਵਿਧਾਨ ਸਭਾ ਦੀ ਚੋਣ ਦੇ ਵਿੱਚ? ਕਲੇਰ ਸਾਹਿਬ ਦੇ ਜਵਾਬ ਵੀ ਜ਼ਰੂਰ ਦਿਓ। ਸਵੈ ਜੀ ਸਿੱਧੂ ਸਾਹਿਬ, ਬੜੀ ਪੁਰਾਣੀ ਕਹਾਵਤ ਹੈ, offense is the best defense, ਕਿ ਪਹਿਲੇ offensive ਹੋ ਜਾਓ ਤੇ ਤੁਹਾਡੇ ਤੱਕ ਵਾਰੀ ਆਵੇ ਹੀ ਨਾ। ਸੋ ਅਕਾਲੀ ਦਲ ਸ਼ੁਰੂ ਤੋਂ ਹੀ ਇਸੇ ਪ੍ਰਿੰਸੀਪਲ ਤੇ ਚੱਲ ਰਿਹਾ ਹੈ ਕਿ ਤੁਸੀਂ offensive ਰਹੋ। ਮੰਨਣਾ ਤਾਂ ਇੱਕ ਪਾਸੇ, ਗੁਨਾਹ ਮੰਨਣਾ ਨਹੀਂ, ਉਹ ਤਾਂ ਇੱਕ ਪਾਸੇ, ਮੰਨਣੀ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਸ਼ੁਰੂ ਤੋਂ offensive ਰਹੋ। ਇਹ ਕਹਿੰਦੇ ਰਹੇ, ਦੇਖੋ ਉਹ ਕਹਿੰਦੇ ਸਾਨੂੰ ਪਾਚਾਤਾਪ ਆ ਕੇ ਸਾਡੀ ਸਰਕਾਰ ਦੇ ਸਮੇਂ 'ਚ ਹੋਇਆ ਹੈ। ਇੰਨਾ ਹੀ ਹੈ ਨਾ, ਇਹ ਤਾਂ ਨਹੀਂ ਅੱਗੇ ਤਾਂ ਚੱਲਦੇ ਨਹੀਂ ਨਾ, ਅੱਗੇ ਨਹੀਂ ਚੱਲਦੇ ਹੈਗੇ ਇਸ ਤੋਂ। ਤੇ ਦੇਖੋ ਸਭ, ਆਪਾਂ ਦੋ ਗੱਲਾਂ ਹੁੰਦੀਆਂ ਨੇ ਜੀ। ਇੱਕ ਤਾਂ ਕਾਨੂੰਨੀ ਪਹਿਲੂ ਹੁੰਦਾ ਹੈ, ਕਾਨੂੰਨੀ ਪਹਿਲੂ ਹੁੰਦਾ ਹੈ ਕਿ ਕੋਈ ਜੁਰਮ ਹੋਇਆ, ਕੋਈ ਮਰਡਰ ਹੋਇਆ, ਕੋਈ ਇਹ ਹੋਇਆ, ਉਹਦੀ ਸਜ਼ਾਵਾਂ ਦਿਵਾਉਣੀਆਂ, ਸਬੂਤ ਇਕੱਠੇ ਕਰਨੇ। ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਫਲਾਂ ਬੰਦੇ ਨੇ ਮਰਡਰ ਕੀਤਾ ਹੈ, ਉਹਦੇ ਸਾਹਮਣੇ ਕੀਤਾ, ਉਹਨੇ ਕੀਤਾ, ਲੇਕਿਨ ਉਹ ਕਾਨੂੰਨੀ ਜਿਹੜੀਆਂ ਇੰਨੇ ਵਿੱਚੋਂ ਲੂਪ ਹੋਲਸ ਹੁੰਦੇ ਨੇ, ਕਾਨੂੰਨੀ ਅੜਚਣਾਂ ਹੁੰਦੀਆਂ ਨੇ, ਬੰਦਾ ਬਰੀ ਵੀ ਹੋ ਜਾਂਦਾ ਹੈ। ਇਹ ਉਹ ਗੱਲਾਂ ਕਰ ਰਹੇ ਨੇ, ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਸਾਈਕ ਦੇ ਵਿੱਚ ਜਿਹੜੀਆਂ ਹੈਗੇ ਲੋਕਾਂ ਨੂੰ ਪਤਾ ਹੁੰਦਾ। ਅੱਜ ਵੀ ਦੋ ਵੱਖਰੀਆਂ ਗੱਲਾਂ ਨੇ। ਪੰਜਾਬ ਦੇ ਲੋਕਾਂ ਦੇ ਵਿੱਚ, ਸਿੱਖ ਪੰਥ ਦੇ ਮਨਾਂ ਦੇ ਵਿੱਚ, ਦਿਲਾਂ ਦੇ ਵਿੱਚ ਅੱਜ ਵੀ ਇਹ ਹੈਗਾ ਕਿ ਇਹ ਜਿਹੜਾ ਕਾਰਾ ਕਰਵਾਇਆ, ਇਹ ਜਿਹੜਾ ਐਡੀਆਂ ਜਿਹੜੀਆਂ ਬੇਅਦਬੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਦੀਆਂ, ਤੇ ਇਹ ਜਿਹੜੇ ਸਿੰਘਾਂ ਤੇ ਜਿਹੜਾ ਹੈ ਗੋਲੀਆਂ ਚੱਲੀਆਂ ਤੇ ਉੱਥੇ ਲੋਕ ਮਾਰੇ ਗਏ ਬੱਚਿਆਂ ਨੂੰ, ਇਹ ਲੋਕਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਸਾਈਕ ਦੇ ਵਿੱਚ ਸਾਰਿਆਂ ਉੱਦਾਂ ਹੀ ਖੜੀਆਂ ਨੇ। ਤੇ ਇਹਦੇ ਲੋਕਾਂ ਨੂੰ ਪਤਾ ਹੈ, ਲੋਕਾਂ ਕੋਲ ਸਬੂਤ ਵੀ ਨੇ, ਸਭ ਕੁਝ ਨੇ। ਲੇਕਿਨ ਦੂਜਾ ਜਿਹੜਾ ਪੱਖ ਹੈਗਾ ਤਫਤੀਸ਼ ਦਾ, ਇਨਵੈਸਟੀਗੇਸ਼ਨ ਦਾ, ਉਹ ਜਿਹਨੂੰ ਦੇਖੋ ਡਿਲੇ ਹੋਇਆ। ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਬਾਰੇ ਗੁੱਸਾ ਵੀ ਹੈ, ਰਿਜ਼ੈਂਟਮੈਂਟ ਵੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਰਹੇ ਨੇ, ਬਿਲਕੁਲ ਹੋਣਾ ਚਾਹੀਦਾ ਗੁੱਸਾ, ਲੋਕਾਂ ਦੀ ਐਂਗਵਿਸ਼, ਲੋਕਾਂ ਦੀ ਨਾਰਾਜ਼ਗੀ ਸਰਕਾਰ ਨਾਲ, ਇਹ ਬਿਲਕੁਲ ਸੁਭਾਵਿਕ ਹੈ ਕਿ ਹੋਣੀ ਚਾਹੀਦੀ ਵੀ ਹੈਗੀ ਹੈ ਕਿ 4.5 ਸਾਲ ਹੋ ਗਏ ਤੁਸੀਂ ਸਾਨੂੰ ਇਨਸਾਫ ਨਹੀਂ ਦਵਾਇਆ। ਲੇਕਿਨ ਉਸ ਪਾਸੇ ਗੱਲ ਪੂਰੀ ਆਪਾਂ ਗੱਲਾਂ ਕਰਦੇ ਹਾਂ, ਲੇਕਿਨ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਹਾਈ ਕੋਰਟ ਦੇ ਫੈਸਲੇ ਨਾਲ ਉਹਨਾਂ ਨੂੰ ਬਰੀ ਕਰਤਾ। ਹਾਈ ਕੋਰਟ ਦੇ ਵਿੱਚ ਤਾਂ ਦੋਨੋਂ ਬਾਦਲ ਹੈ ਹੀ ਨਹੀਂ ਸੀ, ਉੱਥੇ ਪਟੀਸ਼ਨਰ ਹੀ ਨਹੀਂ ਹੈਗੀ। ਇਹ ਬਾਰ-ਬਾਰ ਉਹਦਾ ਬੈਨੀਫਿਟ ਲੈਂਦੇ ਨੇ ਜੀ, ਸਾਨੂੰ ਕਹਿ ਦਿੱਤਾ ਜੀ, ਟੈਲੀਫੋਨ ਹੋਏ ਨਹੀਂ ਹੋਏ, ਮੁੱਖ ਮੰਤਰੀ ਕਰਦੇ। ਇਹ ਹਾਈ ਕੋਰਟ ਦੇ ਕੀ ਗਿਆ? ਹਾਈ ਕੋਰਟ ਦੇ ਤਾਂ ਇਹ ਤਾਂ ਆਪ ਹੈ ਹੀ ਨਹੀਂ ਸੀ ਉੱਥੇ। ਸੋ ਇਹਨਾਂ ਦੀ ਪਿੱਠ ਪਿੱਛੇ ਜੋ ਗੱਲ ਕੀਤੀ ਵੀ ਹੈ, ਉਹ ਕੀਤੀ ਇੰਨੀ ਹੈਗੀ ਹੈ ਕਿ ਲੱਗਦਾ ਇਹ ਹੈ, ਇਹ ਨਹੀਂ ਕਿ ਹਾਈ ਕੋਰਟ ਨੇ ਕਿ ਬਰੀ ਕਰਤਾ। ਜੇ ਹਾਈ ਕੋਰਟ ਨੇ ਬਰੀ ਕੀਤਾ ਹੁੰਦਾ ਤਾਂ ਫਿਰ ਖਤਮ ਕਰ ਦੇਣੀ ਸੀ, ਫਿਰ ਖਤਮ ਕਰ ਓਕੇ, ਥੈਂਕ ਯੂ ਵੈਰੀ ਮਚ। ਤਫਤੀਸ਼ ਬਾਰੇ ਕਿਹਾ ਨਾ ਜੀ ਹਾਈ ਕੋਰਟ ਨੇ ਤਫਤੀਸ਼ ਕਿਹਾ ਹੈ ਵੀ ਤੂੰ ਤਫਤੀਸ਼ ਫਰਦਰ ਕਰੋ ਤੇ ਇਹ ਗੱਲ ਪਤਾ ਕਰੋ ਇਸ ਗੱਲ ਦਾ ਕਿ ਉਹ ਗੱਲਾਂ ਹੋਈਆਂ ਕੀ ਨੇ, ਆਰਡਰ ਕਿੱਥੋਂ ਆਏ, ਕੀ ਗੱਲ ਹੋਈ ਹੈਗੀ ਹੈ ਸਾਰੇ ਅਦਰ। ਸੋ ਇਸ ਕਰਕੇ ਇਹਨਾਂ ਨੇ ਕਹਿਣਾ ਕਿ ਸਾਨੂੰ ਹਾਈ ਕੋਰਟ ਦਾ ਬਿਲਕੁਲ ਨਿਰਾਧਾਰ ਹੈਗਾ ਜੀ, ਬਿਲਕੁਲ ਨਿਰਾਧਾਰ ਹੈ ਜੀ ਸਰ, ਮਿਹਰਬਾਨੀ ਜੀ। ਕਲੇਰ ਸਾਹਿਬ ਸੋਹੇਲ ਜੀ ਬਾਰ-ਬਾਰ ਇਹ ਗੱਲ ਕਹਿ ਰਹੇ ਹੈ ਕਿ ਜੇ ਤਫਤੀਸ਼ ਕਰ ਰਹੇ ਹੈ ਤਾਂ ਤਫਤੀਸ਼ ਤੇ ਅਕਾਲੀ ਦਲ ਕਿਉਂ ਬਾਰ-ਬਾਰ ਇਤਰਾਜ਼ ਉਠਾ ਰਿਹਾ ਹੈ? ਤੁਸੀਂ ਆਪਣਾ ਕਮੈਂਟ ਵੀ ਦੇਣਾ ਚਾਹੁੰਦੇ ਸੀ ਪਲੀਜ਼। ਸਿਰ ਸਾਹਿਬ, ਮੈਂ ਇਤਰਾਜ਼ ਇਸ ਗੱਲ ਤੇ ਕਰ ਰਿਹਾ ਕਿ ਤਫਤੀਸ਼ ਕਰਨ ਔਰ ਅਸਲ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਉਣ, ਰਾਜਨੀਤੀ ਬੰਦ ਕਰਨਾ। ਔਰ ਸਵੈਦ ਸਾਹਿਬ ਖੁਦ ਵਕੀਲ ਨੇ, ਇਹ ਕਹਿੰਦੇ ਹਾਈ ਕੋਰਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਧਿਰ ਨਹੀਂ ਸੀ। ਬਿਲਕੁਲ, ਅਸੀਂ ਉੱਥੇ ਕੋਈ ਧਿਰ ਨਹੀਂ ਸੀ, ਪਰ ਪੰਜਾਬ ਸਰਕਾਰ ਤਾਂ ਧਿਰ ਹੈਗੀ ਸੀ। ਪੰਜਾਬ ਸਰਕਾਰ ਨੇ ਜਿਹੜੀ ਘਟੀਆ ਇਨਵੈਸਟੀਗੇਸ਼ਨ ਕੀਤੀ ਉਹ ਤਾਂ ਉੱਥੇ ਰੱਖੀ ਗਈ। ਔਰ ਉਸ ਇਨਵੈਸਟੀਗੇਸ਼ਨ ਤੇ ਜੱਜ ਸਾਹਿਬ ਨੇ ਖਾਸ ਤੌਰ ਤੇ ਪੁਆਇੰਟ ਆਊਟ ਕੀਤਾ ਕਿ ਇਹ ਪ੍ਰੈਸ ਕਾਨਫਰੰਸ ਦੇ ਵਿੱਚ 2019 ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਸਰਦਾਰ ਬਾਦਲ ਸਾਹਿਬ ਦਾ ਨਾਂ ਲਿਆ ਕਿ ਉਹਨਾਂ ਦੇ ਖਿਲਾਫ ਵੀ ਅੱਗੇ ਚਲਾਨ ਆ ਸਕਦਾ ਹੈ, ਪਰ 2-3 ਸਾਲ ਨਿਕਲਣ ਤੋਂ ਬਾਅਦ ਵੀ ਇਹਦੇ ਕੋਲ ਸਬੂਤ ਨਹੀਂ ਹੈਗਾ ਕੋਈ। ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਜਦੋਂ ਤੁਹਾਡੇ ਕੋਲ ਕੋਈ ਸਬੂਤ ਹੀ ਨਹੀਂ ਹੈਗਾ, ਜਦੋਂ ਤੁਹਾਡੀ ਜਾਂਚ ਅਫਸਰ ਕੱਲੀ ਰਾਜਨੀਤੀ ਕਰ ਰਹੇ ਨੇ, ਸਰਕਾਰ ਉੱਥੇ ਹਾਈ ਕੋਰਟ ਦੇ ਵਿੱਚ ਧਿਰ ਹੈ, ਅਗਰ ਤੁਹਾਡੇ ਖਿਲਾਫ ਕੋਈ ਫੈਸਲਾ ਆਇਆ, ਜੇ ਸਰਕਾਰ ਦੀ ਲੱਤਾਂ ਦੇ ਵਿੱਚ ਜਾਨ ਹੈਗੀ ਸੀ ਤਾਂ ਉਹ ਫੈਸਲੇ ਨੂੰ ਚੈਲੰਜ ਕਿਉਂ ਨਹੀਂ ਕੀਤਾ? ਤੁਸੀਂ ਕਿਉਂ ਨਹੀਂ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਕੋਲੇ ਗਏ? ਕਿਉਂ ਨਹੀਂ ਸੁਪਰੀਮ ਕੋਰਟ ਗਏ? ਤੁਹਾਨੂੰ ਪਤਾ ਹੈ ਕਿ ਇਨਵੈਸਟੀਗੇਸ਼ਨ ਕਿੰਨੀ ਸਿਆਸਤ ਤੋਂ ਪ੍ਰਭਾਵਿਤ ਸੀ ਔਰ ਘਟੀਆ ਕਿਸਮ ਦੀ ਰਾਜਨੀਤੀ ਉਸ ਜਾਂਚ ਦੇ ਵਿੱਚ ਕੀਤੀ ਗਈ ਸੀ। ਤੁਸੀਂ ਤਾਂ ਹੀ ਉਹਨੂੰ ਡਿਫੈਂਡ ਨਹੀਂ ਕਰਨਾ ਠੀਕ ਸਮਝਿਆ, ਉਲਟਾ ਉਸ ਅਫਸਰ ਨੂੰ ਭਜਾਇਆ। ਨਹੀਂ ਸਵੈਦ ਸਾਹਿਬ, ਜਦੋਂ ਕਿਸੇ ਅਫਸਰ ਦੇ ਖਿਲਾਫ
ਹਾਈ ਕੋਰਟ ਇਹਨੇ ਸਟ੍ਰਿਕਚਰ ਪਾਸ ਕਰਦਾ, ਉਹਦੀ ਵਿਭਾਗੀ ਕਾਰਵਾਈ ਕਰਨੀ ਬਣਦੀ ਹੈ, ਉਹਨੂੰ ਚਾਰਜ ਸ਼ੀਟ ਕਰਨਾ ਬਣਦਾ ਹੈ। ਤੁਸੀਂ ਕਿਸ ਇੰਪ੍ਰੈਸ਼ਨ ਨੀਚੇ ਉਹਨੂੰ ਇੱਕ ਸੇਫ escape ਦਿੱਤਾ ਤੇ ਪੈਨਸ਼ਨ ਬੈਨੀਫਿਟਾਂ ਨਾਲ ਜਾਣ ਦਿੱਤਾ, ਔਰ ਅੱਜ ਤੱਕ ਉਹ ਜਿੰਨੀਆਂ ਟਿੱਪਣੀਆਂ ਹੋਈਆਂ ਹਾਈ ਕੋਰਟ ਦੀਆਂ, ਤੁਸੀਂ ਕਿਸੇ ਕੋਰਟ 'ਚ ਉਹਨਾਂ ਨੂੰ ਚੈਲੰਜ ਨਹੀਂ ਕੀਤਾ। ਉੱਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਤੁਹਾਡੀ ਜਾਂਚ ਸਿਆਸਤ ਤੋਂ ਪ੍ਰਭਾਵਿਤ, ਜੋ ਹਾਈ ਕੋਰਟ ਨੇ ਕਿਹਾ ਤੁਸੀਂ ਉਸ ਗੱਲ ਨੂੰ ਆਪ ਮੰਨਿਆ, ਔਰ ਅੱਗੇ ਤੁਸੀਂ ਨਵੀਂ ਸਿੱਟ ਬਣਾਈ। ਔਰ ਪਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਨਵੀਂ ਸਿੱਟ ਦੇ ਵਿੱਚ ਵੀ ਤੁਸੀਂ ਉਹੀ ਰਾਜਨੀਤੀ, ਉਹੀ ਜਿਹੜੀਆਂ ਤੁਹਾਡੀਆਂ ਸਿਆਸੀ ਹੱਥਕੰਡੇ ਵਰਤਣੇ ਸ਼ੁਰੂ ਕਰਤੇ, ਜਾਂਚ ਨੂੰ ਤੁਸੀਂ ਸਿਆਸਤ ਤੋਂ ਪਰਾਂ ਰੱਖ ਹੀ ਨਹੀਂ ਪਾਏ। ਜੀ ਕਲੀਅਰ ਸਾਹਿਬ, ਜਿਹੜਾ ਸਵੈਜ ਜੀ ਬਾਰ-ਬਾਰ ਕਹਿ ਰਿਹਾ ਹੈ, ਉਹ ਕਹਿੰਦੇ ਵੀ ਫਿਰ ਤਫਤੀਸ਼ ਜਿਹੜੀ ਕਿ ਕਿਸੇ ਪੱਧਰ ਤੇ ਤਾਂ ਹੋਏਗੀ ਨਾ, ਕਿ ਉਹ ਕਹਿੰਦੇ ਹਰ ਤਫਤੀਸ਼ ਜਾਂ ਹਰ ਸੈੱਟ ਬਾਰੇ ਹੀ ਅਕਾਲੀ ਦਲ ਇਤਰਾਜ਼ ਉਠਾਉਂਦਾ ਹੈ। ਸੰਖੇਪ ਦੇ ਵਿੱਚ ਕਮੈਂਟ ਇਸ ਮੁੱਦੇ ਤੇ, ਕਿਉਂਕਿ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਹਰ ਤਫਤੀਸ਼ ਹਰ ਸੈੱਟ ਤੇ। ਸਿੱਧੂ ਸਾਹਿਬ, ਸਵੈਜ ਸਾਹਿਬ ਵਕੀਲ ਨੇ, ਮੈਂ ਇਹਨਾਂ ਨੂੰ ਸਿੱਧਾ ਕੁਐਸਚਨ ਕਰਦਾ, ਇਹਨਾਂ ਨੇ ਹਾਈ ਕੋਰਟ ਦੀ ਜਜਮੈਂਟ ਪੜ੍ਹੀ ਹੈ, ਇਹ ਚਲੋ ਅੱਜ ਮੈਨੂੰ ਇਹ ਬਹੁਤ ਕੁਝ ਕਹਿ ਸਕਦੇ ਨੇ। ਹਾਈ ਕੋਰਟ ਦੀ ਜਜਮੈਂਟ ਦੇ ਵਿੱਚ ਕਲੀਅਰ ਲਿਖਿਆ ਸੀ ਕਿ ਸਿੱਟ ਦੇ 3 ਮੈਂਬਰ ਹੋਣਗੇ, ਸਾਰੇ IPS ਅਫਸਰ ਹੋਣਗੇ, ਜਿਹੜਾ ਹੈੱਡ ਕਰੂ ਉਹ ADGP ਹੋਊ। ਸਿੱਟ ਦਾ ਕੋਈ ਵੀ ਮੈਂਬਰ ਬਦਲਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਜਾਂ ਡੈਥ ਨਹੀਂ ਹੋ ਜਾਂਦੀ। ਕਿਸ ਕਪੈਸਿਟੀ ਦੇ ਵਿੱਚ ਇੱਕ ਵਿਜੇ ਸਿੰਗਲਾ, ਇੱਕ ਰਿਟਾਇਰਡ ਪ੍ਰੋਸੀਕਿਊਸ਼ਨ ਦਾ ਡਾਇਰੈਕਟਰ, ਸੁਰਜੀਤ ਸਿੰਘ DIG ਨੂੰ ਬਦਲ ਕੇ ਉੱਥੇ ਸਿੱਟ ਦੇ ਵਿੱਚ ਪਾਇਆ ਗਿਆ? ਇਹ ਸਿਆਸੀਕਰਨ ਨਹੀਂ। ਜੀ ਕਲੀਅਰ ਜੀ, ਜਵਾਬ ਦੇ ਦੇਣ। ਫਿਰ ਅਗਰ ਇਹਨਾਂ ਦੀ ਜਾਂਚ ਇੰਨੀ ਨਿਰਪੱਖ ਹੈ ਤਾਂ ਇਹ ਹੱਥਕੰਡੇ ਕਿਉਂ ਵਰਤਦੇ ਨੇ? ਦੂਜਾ, ਇੱਕ ਦੂਸਰਾ ਅਫਸਰ, ਇੱਕ ਦਪਿੰਦਰ ਸਿੰਘ ਜਿਹੜਾ ਐਡੀਸ਼ਨਲ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੀਲੈਂਸ ਹੈ, ਉਹ ਉੱਥੇ ਜਾਂਚ ਦੇ ਵਿੱਚ ਕਿਸ ਕਪੈਸਿਟੀ 'ਚ ਗਿਆ? ਵਿਜੀਲੈਂਸ ਦੀ ਜਾਂਚ ਤਾਂ ਹੋਣੀ ਨਹੀਂ। ਵਿਜੀਲੈਂਸ ਦਾ ਪ੍ਰੋਸੀਕਿਊਸ਼ਨ ਡਾਇਰੈਕਟਰ ਜਾਂਚ ਕੀ ਕਰਨਗੇ? ਗੱਲਾਂ ਜਵਾਬ ਦੇਣ ਜੀ। ਆਪਾਂ ਜਵਾਬ ਲੈਣੇ ਆ। ਥੈਂਕ ਯੂ ਕਲੀਅਰ ਜੀ, ਥੈਂਕ ਯੂ ਵੈਰੀ ਮਚ। ਸਵੈਜ ਸਾਹਿਬ ਕਲੀਅਰ ਸਾਹਿਬ ਬਾਰ-ਬਾਰ ਇਸ ਗੱਲ ਤੇ ਕਹਿ ਰਿਹਾ ਹੈ ਕਿ ਜਾਂਚ ਕਰਨ ਦਾ ਕੋਈ ਢੰਗ ਤਰੀਕਾ ਨਹੀਂ, ਜਾਂਚ ਨਹੀਂ ਹੋ ਰਹੀ, ਇਹ ਪੋਲਿਟਿਕਸ ਹੋ ਰਹੀ ਹੈ। ਉਦਾਂ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਜਾਂਚ ਜੁਆਇਨ ਕਰਾਏ ਗਏ, ਜਿਹੜੇ ਕਿ ਹਾਈ ਕੋਰਟ ਦੇ ਆਦੇਸ਼ ਮੁਤਾਬਕ ਜਿਨ੍ਹਾਂ ਦਾ ਉੱਥੇ ਬੈਠਣਾ ਬਣਦਾ ਹੀ ਨਹੀਂ ਸੀ। ਉਹਨਾਂ ਨੇ ਪਿਛਲੀ ਜਿਹੜੀ ਜਾਂਚ ਆ ਉਹਦੇ ਤੇ ਵੀ ਗੱਲ ਕੀਤੀ ਹੈ, ਤੇ ਹੁਣ ਜਿਹੜੀ ਜਾਂਚ ਹੋ ਰਹੀ ਹੈ ਉਹਦੇ ਤੇ ਵੀ ਉਹਨਾਂ ਨੇ ਸਵਾਲ ਉਠਾਏ ਹੈ ਕਿ ਕੋਈ ਸਿੱਟ ਹੈ ਜਿਹੜੀ ਹੈਗੀ ਆ ਉਹ ਕੋਈ ਨਿਰਪੱਖ ਨਹੀਂ ਹੈ, ਰਾਜਸੀ ਤੌਰ ਤੇ ਪ੍ਰੇਰਿਤ ਜਾਂਚ ਹੈ। ਮੈਂ ਇਹੀ ਗੱਲ ਇਹੋ ਗੱਲ ਤਾਂ ਮੈਂ ਪਹਿਲਾਂ ਕਹੀ ਹੈ ਜੀ ਕਿ ਆਫੈਂਸਿਵ ਹੋ ਜਾਓ ਪਹਿਲਾਂ ਹੀ, ਠੀਕ ਹੈ ਨਾ, ਆਫੈਂਸ ਦਾ ਬੈਸਟ ਡਿਫੈਂਸ, ਤੇ ਉਲਟਾ ਤੁਸੀਂ ਬਹੁਤ ਸੀਨੀਅਰ ਆ ਜੀ, ਮੈਰਿਟਸ ਤੇ ਜਵਾਬ ਦਿਆ ਕਰੋ ਨਾ ਗੱਲ ਦਾ। ਤੁਸੀਂ ਕਿਉਂ ਕਹਾਣੀਆਂ 'ਚ ਕਿਉਂ ਜਵਾਬ ਦਿੰਦੇ ਹੋ ਜੀ, ਬਜ਼ੁਰਗਾਂ ਵਾਂਗੂ, ਪੁਰਾਣਿਆਂ ਵਾਂਗੂ? ਤੁਸੀਂ ਸਿੱਧਾ ਦੱਸੋ ਵੀ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਤੇ ਤੁਹਾਡੀ ਸਿੱਟ ਕੀ ਕਰ ਰਹੀ ਹੈ? ਤੁਸੀਂ ਬਿਲਕੁਲ ਆਪਾਂ ਜਵਾਬ ਲੈ ਲਈਏ, ਆਪਾਂ ਜਵਾਬ ਲੈ ਜੀ। ਕਲੀਅਰ ਸਾਹਿਬ ਜਵਾਬ ਲੈ ਜੀ, ਕਲੀਅਰ ਸਾਹਿਬ ਤੁਹਾਨੂੰ ਲਾਈਨ ਦਿੱਤੀ ਗਈ ਹੈ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ, ਤੁਸੀਂ ਉਸ ਲਾਈਨ ਤੇ ਕਾਇਮ ਹੋ ਪੂਰੇ, ਠੀਕ ਹੈ। ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ, ਤੁਸੀਂ ਬੜਾ ਵਧੀਆ ਪੱਖ ਰੱਖ ਰਹੇ ਹੋ ਅਕਾਲੀ ਦਲ ਦਾ, ਲੇਕਿਨ ਕੁਝ ਬਜ਼ੁਰਗਾਂ ਨੇ, ਮੈਂ ਫੇਰ ਕਹਿਣਾ ਮੈਨੂੰ ਜਵਾਬ ਦੇ ਦਿਓ ਵੀ ਜਦੋਂ ਹਾਈ ਕੋਰਟ ਨੇ IPS ਅਫਸਰ ਸੀ, ਕਲੀਅਰ ਸਾਹਿਬ ਬੋਲ ਲੈਣ ਦੀ, ਇਸ ਗੱਲ ਦਾ ਜਵਾਬ ਦੇ ਦਿਓ। ਆਪਾਂ ਬੋਲ ਲੈਣ ਦੇ, ਕਲੀਅਰ ਜੀ ਬੋਲ ਲੈਣ ਦੀ, ਉਹਨਾਂ ਨੂੰ ਗੱਲ ਕਹਿ ਲੈਣ ਦੀ। ਹੁਣ ਤੱਕ ਮੇਰਾ ਜਵਾਬ ਆ ਜਾਣਾ ਸੀਗਾ। ਜੋ ਵੀ ਜੋ ਨਵੀਂ SIT ਹੋ ਰਹੀ ਹੈ, ਇਨਵੈਸਟੀਗੇਸ਼ਨ ਤਫਤੀਸ਼ ਹੋ ਰਹੀ ਹੈ, ਬਿਲਕੁਲ ਮਾਨਯੋਗ ਹਾਈ ਕੋਰਟ ਦੇ ਆਰਡਰ ਦੇ ਮੁਤਾਬਕ ਹੋ ਰਹੀ ਹੈਗੀ ਹੈ। ਤੇ ਜਿਹੜੀ ਇਹ ਗੱਲ ਕਰ ਰਹੇ ਸੀ ਉਹ ਫਾਰਮਰ ਡਾਇਰੈਕਟਰ ਪ੍ਰੋਸੀਕਿਊਸ਼ਨ ਦੀ, ਉਹ ਮੈਂਬਰ ਨਹੀਂ ਹੈਗਾ SIT ਦਾ। SIT ਉਹੀ ਤਿੰਨੋਂ ਮੈਂਬਰ ਨੇ, ਉਹ ਤਿੰਨੋਂ ਹੀ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ। ਤੇ ਅਗਰ ਕਿਸੇ ਨੂੰ ਇਨਵੈਸਟੀਗੇਸ਼ਨ ਤੇ ਕੋਈ ਇਤਰਾਜ਼ ਹੈ ਤਾਂ ਉਹ ਮਾਨਯੋਗ ਹਾਈ ਕੋਰਟ ਕੋਲ ਜਾ ਸਕਦਾ ਹੈ, ਕਿਉਂਕਿ ਹਾਈ ਕੋਰਟ ਦਾ ਜੋ ਫੈਸਲਾ ਹੈਗਾ ਉਹਦੇ ਮੁਤਾਬਕ ਤਫਤੀਸ਼ ਹੋ ਰਹੀ ਹੈਗੀ ਹੈ। ਇਹ ਕਿਤੇ ਵੀ ਪਾਸੇ ਐਸੇ ਨਹੀਂ ਹੋ ਸਕਦੀ। ਅਗਰ ਅਕਾਲੀ ਦਲ ਨੂੰ, ਅਗਰ ਬਾਦਲਾਂ ਨੂੰ ਇਤਰਾਜ਼ ਹੈਗਾ ਕਿ ਜਿਹੜੀ ਤਫਤੀਸ਼ ਹੈਗੀ ਹੈ ਉਹ ਗਲਤ ਹੋ ਰਹੀ ਹੈ, ਸਾਨੂੰ ਡਰ ਹੈ ਕਿ ਅਸੀਂ ਮੁਲਜ਼ਮ ਜਿਹੜਾ ਹੈਗਾ ਸਾਨੂੰ ਥਾਪ ਦੇਣਗੇ, ਨੋਮੀਨੇਟ ਤਾਂ ਕੀਤਾ ਹੀ ਹੋਇਆ, ਹੁਣ ਅੱਗੇ ਸਾਨੂੰ ਅੰਦਰ ਠੋਕਣਗੇ, ਉਹ ਮਾਨਯੋਗ ਹਾਈ ਕੋਰਟ ਜਾਣ ਕਿ ਤੁਹਾਡੇ ਆਰਡਰਾਂ ਦੀ ਵਾਇਲੇਸ਼ਨ ਹੋ ਰਹੀ ਹੈ, ਕੰਟੈਂਪਟ ਹੋ ਰਹੀ ਹੈ, ਜਾ ਸਕਦੇ ਨੇ। ਕਿਹਨੇ ਰੋਕਿਆ ਉਹਨਾਂ ਨੂੰ ਜਾਣ ਤੋਂ? ਐਵੇਂ ਅਖਬਾਰਾਂ 'ਚ, ਮੀਡੀਆ 'ਚ, ਪ੍ਰੈਸ ਕਾਨਫਰੰਸਿਸ ਕਰਕੇ ਮੁਲਜ਼ਮ ਬਚ ਨਹੀਂ ਸਕਦੇ ਹੈਗੇ। ਉਹਨਾਂ ਨੂੰ ਮਾਨਯੋਗ ਹਾਈ ਕੋਰਟ ਕੋਲ ਇਹ ਕੋਈ ਇੱਕ ਚੀਜ਼ ਬੜੀ ਵੱਡੀ ਕਹਿ ਗਏ ਨੇ, ਬੜੀ ਵੱਡੀ ਗੱਲ ਕਹਿ ਗਏ ਨੇ, ਇਹ ਔਨ ਰਿਕਾਰਡ ਪ੍ਰੂਵ ਕਰ ਦੇਣ ਜੀ ਕਿ ਬਾਦਲ ਪਰਿਵਾਰ ਨੋਮੀਨੇਟ ਹੈ। ਇਹ ਕਹਿੰਦੇ ਕਿ ਨੋਮੀਨੇਟ ਹੋ ਚੁੱਕਿਆ ਬਾਦਲ ਪਰਿਵਾਰ। ਇਹ ਕਿਸ ਫੈਕਟਸ ਤੇ ਗੱਲ ਹੋ ਰਹੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਨੋਮੀਨੇਟ, ਕਿਉਂਕਿ ਸਿੱਟ ਨੇ ਨੋਮੀਨੇਟ ਨਹੀਂ ਕੀਤੇ। ਜੇ 10 ਜਨਪਥ ਨੇ ਕਰਤੇ ਨੇ ਤਾਂ ਹੁਣੀ ਚੈਨਲ ਦੇ ਉੱਤੇ ਦੱਸ ਦੇਣੇ। ਓਕੇ ਜੀ ਬੁਲਾਇਆ ਜਾ ਰਿਹਾ ਹੈ, ਤਫਤੀਸ਼ ਬੁਲਾਇਆ ਜਾ ਰਿਹਾ ਹੈ, ਕੁਐਸਚਨਿੰਗ ਹੋ ਰਹੀ ਹੈ, ਇੰਟਰੋਗੇਸ਼ਨ ਹੋ ਰਹੀ ਹੈ। ਮੇਰਾ ਮਤਲਬ ਇਹ ਕਹਿਣ ਦਾ, ਤੁਸੀਂ ਨੋਮੀਨੇਟ ਦਾ ਸੰਬੰਧ ਚ ਫਰਕ ਹੈ ਜੀ। ਆਪਾਂ ਜਵਾਬ ਲੈ ਲਈਏ, ਹੁਣ ਤੁਹਾਡਾ ਸਵਾਲ ਆ ਗਿਆ, ਜਵਾਬ ਲੈ ਲਈਏ। ਇਹ ਸਭ ਤੁਸੀਂ ਵੱਡੇ ਵਕੀਲ ਹੋ, ਤੁਸੀਂ ਟੈਕਨੀਕਲ ਚ ਪੈ ਰਹੇ। ਨਹੀਂ, ਮੈਂ ਤਾਂ ਬਹੁਤ ਛੋਟਾ ਸਵੈਜ ਸਾਹਿਬ, ਮੈਂ ਤਾਂ ਤੁਹਾਨੂੰ ਖੁਦ ਨੂੰ ਪਤਾ ਹੈ
ਕਿ ਨੋਮੀਨੇਟ ਕਰਨਾ ਤੇ ਸਮਨਿੰਗ ਆਪਾਂ ਕਰਨ ਬਹਿਸ ਦੇ ਇਸੇ ਫਰਕ ਪੁਆਇੰਟ ਤੇ ਆ ਕੇ ਦੱਸੋ ਰੁਕੀ ਕਿਉਂ ਰਹੇਗੀ। ਬੁਲਾਇਆ ਗਿਆ? ਦੱਸੋ ਕਿਉਂ ਬੁਲਾਇਆ ਗਿਆ ਵੱਡੇ ਬਾਦਲ ਸਾਹਿਬ ਨੂੰ? ਦੱਸੋ ਛੋਟੇ ਬਾਦਲ ਸਾਹਿਬ ਨੂੰ ਕਿਉਂ ਬੁਲਾਇਆ ਗਿਆ 26 ਨੂੰ? ਹੁਣ ਦੱਸੋ ਨਾ। ਤੁਸੀਂ ਨੋਮੀਨੇਟ ਕਹਿ ਦਿਓ ਜੀ ਕਿ 10 ਜਨਪਥ ਨੇ ਨੋਮੀਨੇਟ ਕਰਦੇ ਤਾਂ ਅਸੀਂ ਮੰਨ ਲੈਂਦੇ ਆ, ਕਿਉਂਕਿ ਸਿੱਟ ਨੇ ਨੋਮੀਨੇਟ ਨਹੀਂ ਕੀਤੇ। ਅਗਰ 10 ਜਨਪਥ ਨੇ ਕਰਤੇ ਨੋਮੀਨੇਟ ਤਾਂ ਤੁਸੀਂ ਦੱਸ ਦਿਓ। ਸੱਚਾਈ ਤੁਹਾਡੇ ਮੂੰਹ ਤੋਂ ਨਿਕਲ ਚਲੋ ਤੁਹਾਡੀ ਗੱਲ ਆ ਗਈ। ਇਲੈਕਸ਼ਨਾਂ ਦੇ ਵਿੱਚ ਤੁਹਾਡਾ ਵਿਊ ਬਣਾ ਗਿਆ ਕਲੇ ਜੀ, ਤੁਹਾਡਾ ਵਿਊ ਬਣਾ ਗਿਆ। ਸਹੀ ਜੀ, ਆਪਣੀ ਗੱਲ ਮੁਕੰਮਲ ਕਰੋ। ਜੇ ਤੁਹਾਨੂੰ ਡਰ ਨਹੀਂ ਕੋਈ, ਤੁਸੀਂ ਸੱਚੇ ਹੋ, ਤੁਸੀਂ ਜਾ ਰਹੇ ਹੋ, ਜਾਓ SIT ਅੱਗੇ। ਕਿਉਂ ਇੰਨਾ ਹੱਲਾ ਗੁੱਲਾ ਕਰਦੇ ਹੋ? ਕਿਉਂ ਸਮਾਨ ਚੁੱਕਿਆ ਤੁਸੀਂ ਸਿਰ ਤੇ ਇੰਨਾ? ਕਿਉਂ ਪ੍ਰੈਸ ਕਾਨਫਰੰਸ ਕਰ ਰਹੇ ਹੋ? ਆਪਾਂ ਜਵਾਬ ਲੈਣੇ ਆ। ਥੈਂਕ ਯੂ ਸਰ ਸਾਹਿਬ। ਹੋ ਜਾਓ, ਤੁਸੀਂ ਬਾਹਰ ਆ ਜਾਓਗੇ। ਥੈਂਕ ਯੂ ਸਰ ਜੀ, ਤੁਹਾਡੀ ਗੱਲ ਆ ਗਈ। ਅਮਰਿੰਦਰ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ। ਅਮਰਿੰਦਰ ਜੀ ਇਸੇ ਮੁੱਦੇ ਤੇ ਕਲੇਰ ਜੀ ਨੇ ਸਪੈਸੀਫਿਕ ਤੌਰ ਤੇ ਗੱਲ ਕਹੀ ਹੈ ਕਿ ਲਗਾਤਾਰ ਜੋ ਕੁਝ ਹੋ ਰਿਹਾ ਹੈ ਉਹ ਸਿਰਫ ਬਦਲੇ ਦੀ ਭਾਵਨਾ ਨਾਲ ਰਾਜਸੀ ਤੌਰ ਤੇ ਕੀਤਾ ਜਾ ਰਿਹਾ ਔਰ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਇਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਸੱਚਾਈ ਨਹੀਂ ਹੈ ਜੋ ਜਾਂਚ ਜਿਹੜੀ ਇਸ ਵੇਲੇ ਸਿੱਟ ਵੱਲੋਂ ਕੀਤੀ ਜਾ ਰਹੀ ਹੈ। ਅਮਰਿੰਦਰ ਜੀ। ਸਿੱਧੂ ਸਾਹਿਬ ਦੇਖੋ, ਸਾਡਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਫਿਕਸਡ ਮੈਚ ਖੇਲ ਰਹੇ ਆ ਦੋਨੋਂ ਇਹ, ਤੇ ਇਹ ਆਪਸ ਦੇ ਵਿੱਚ ਆਪਣਾ ਅਸੀਂ ਇਸੇ ਡਿਬੇਟ ਨੂੰ ਲੈ ਲਈਏ। ਸਲੈਸ਼ ਸਾਹਿਬ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਦੁਬਾਰਾ ਲਿਓ, ਉਹ ਕਹਿ ਰਹੇ ਕਿ ਡਿਸਕ੍ਰਿਪੈਂਸੀ ਵੀ ਨਾਲ ਹੀ ਦੱਸੀ ਜਾ ਰਹੇ ਹੈ ਕਿ ਖਮੀਆਂ ਕੀ ਹੈ, ਸਿੱਟ ਦੀ ਕੰਸਟਰਕਟ ਆਪਣਾ ਫਾਰਮੇਸ਼ਨ 'ਚ ਕੀ ਕਮੀਆਂ ਹੈ, ਉਹਨੂੰ ਖਾਮੀ ਦੱਸ ਰਿਹਾ, ਉਹਨੂੰ ਦੱਸ ਰਿਹਾ। ਸੋ ਇਹ 4.5 ਸਾਲ ਇਹਨਾਂ ਨੇ ਇਸੇ ਚੱਕਰ 'ਚ ਲੰਘਾਤੇ ਹੈ ਤੇ ਆਉਣ ਵਾਲੇ 6-7 ਮਹੀਨੇ ਵੀ ਲੰਘਾ ਦੇਣੇ ਆ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿਣਾ। ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਰਨਾ ਕਿਉਂਕਿ ਬੇਅਦਬੀ ਦੇ ਨਾਲ ਇਹਨਾਂ ਦਾ ਕੋਈ ਕੰਸਰਨ ਨਹੀਂ ਹੈ, ਸਿੱਖ ਸੈਂਟੀਮੈਂਟ ਨਾਲ ਜਾਂ ਗੁਰੂ ਮਹਾਰਾਜ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਨਹੀਂ ਹੈ। ਸਿਰਫ 1 ਪੁਆਇੰਟ ਏਜੰਡਾ ਹੈਗਾ ਕਿ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਦੀ ਇਮੋਸ਼ਨ ਹੈ, ਗੁਰੂ ਮਹਾਰਾਜ ਪ੍ਰਤੀ ਸਤਿਕਾਰ ਹੈ, ਉਸ ਨੂੰ ਆਪਾਂ ਕੈਸ਼ ਕਿਵੇਂ ਕਰਨਾ। ਸੋ ਇਹ ਜਿਹੜਾ ਇੱਕ ਵਾਰੀ ਤਾਂ ਕੈਸ਼ ਕੈਪਟਨ ਸਾਹਿਬ ਕਰ ਗਏ ਹੈ, ਦੁਬਾਰਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਮੌਕਾ ਦੇਣਗੇ ਕਿਉਂਕਿ ਉਹਨਾਂ ਨੇ 4.5 ਸਾਲ ਦੇਖ ਲਿਆ ਤੇ ਹੋਰ ਜਿਹੜੇ 6 ਮਹੀਨੇ ਉਹ ਵੀ ਦੇਖ ਲੈਣਗੇ ਤੇ ਜੋ ਹਾਲ ਅਕਾਲੀਆਂ ਦਾ ਹੋਇਆ ਉਹੀ ਹਾਲ ਉਹ ਆਉਣ ਵਾਲੇ 6 ਮਹੀਨੇ ਬਾਅਦ ਕੈਪਟਨ ਸਾਹਿਬ ਦਾ ਪੰਜਾਬ ਦੀ ਜਨਤਾ ਕਰਨ ਵਾਲੀ ਹੈ। ਥੈਂਕ ਯੂ। ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ। ਥੈਂਕ ਯੂ ਵੈਰੀ ਮਚ। ਕਲੇਰ ਸਾਹਿਬ ਆਪਣੇ ਕੋਲ ਸਮਾਂ ਨਹੀਂ ਪਰ ਮੈਂ ਜਵਾਬ ਜ਼ਰੂਰ ਚਾਹਾਂਗਾ। ਜੋ ਸਵੈਜ ਜੀ ਨੇ ਕਿਹਾ, ਉਹ ਕਹਿੰਦੇ ਜੇ ਜਾਂਚ ਹੋ ਰਹੀ ਹੈ ਤਾਂ ਕਿਉਂ ਬਾਰ-ਬਾਰ ਆਪਾਂ ਇਸ ਗੱਲ ਦੇ ਉੱਤੇ ਰੌਲਾ ਪਾ ਰਹੇ ਹਾਂ। ਜੇ ਫਿਰ ਵੀ ਇਤਰਾਜ਼ ਹੈ ਤਾਂ ਅਕਾਲੀ ਦਲ ਜਿਹੜਾ ਹੈਗਾ ਹਾਈ ਕੋਰਟ ਜਾ ਸਕਦਾ ਇਸ ਮੁੱਦੇ ਤੇ। ਸਿੱਧੂ ਸਾਹਿਬ ਮੈਨੂੰ ਸਵੈਜ ਸਾਹਿਬ ਇੱਕ ਵਾਰ ਵੀ ਦੱਸ ਦੇਣ ਵੀ ਸਾਨੂੰ ਸਿੱਟ ਨੇ ਅਕਾਲੀ ਦਲ ਨੂੰ ਸੰਮਨ ਕੀਤਾ ਹੋਵੇ ਜਾਂ ਪ੍ਰਧਾਨ ਸਾਹਿਬ ਨੂੰ ਕੀਤਾ ਹੋਵੇ ਜਾਂ ਬਾਲ ਸਾਹਿਬ ਨੂੰ ਵੱਡਿਆਂ ਨੂੰ ਕੀਤਾ ਹੋਵੇ, ਉਹ ਨਾ ਗਏ ਹੋਣ। ਅਸੀਂ ਤਾਂ ਹਮੇਸ਼ਾ ਹੀ ਕੋਆਪਰੇਟ ਕਰਦੇ ਹਾਂ, ਪਰ ਅਗਰ ਸਰਕਾਰ ਉਸ ਸਿੱਟ ਨੂੰ ਜਾਂ ਉਸ ਜਾਂਚ ਨੂੰ ਇੱਕ ਸਿਆਸੀ ਹਥਿਆਰ ਦੇ ਤੌਰ ਤੇ ਵਰਤੂਗੀ ਔਰ ਉਹਦੇ 'ਚ ਕੋਈ ਘਪਲਾ ਕਰੂਗੀ ਤਾਂ ਉਹਨੂੰ ਨੰਗਿਆਂ ਕਰਨਾ ਸਾਡਾ ਫਰਜ਼ ਹੈ। ਲੋਕਾਂ ਨੂੰ ਦੱਸਣਾ ਫਰਜ਼ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਜਾਂ ਗੁਰੂ ਸਾਹਿਬ ਦੀ ਜਾਂਚ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਸਿਆਸਤ ਕਾਂਗਰਸ ਖੇਡ ਰਹੀ ਹੈ ਵੀ ਦੱਸਣਾ ਸਾਡਾ ਫਰਜ਼ ਹੈ ਲੋਕਾਂ ਨੂੰ। ਥੈਂਕ ਯੂ ਕਲੇਰ ਜੀ, ਤੁਹਾਡੀ ਗੱਲ ਆ ਗਈ। ਸਰ ਜੀ ਲਾਸਟ ਕਮੈਂਟ, ਅਮਰਿੰਦਰ ਜੀ ਨੇ ਕਿਹਾ ਕਿ ਦੋਸਤਾਨਾ ਮੈਚ ਆ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਦਾ। ਕੀ ਫਿਰ ਵੀ ਦੁਨੀਆ ਭਰ 'ਚ ਬੈਠੇ ਪੰਜਾਬੀ ਜਿਹੜੇ ਤੁਹਾਨੂੰ ਸੁਣ ਰਹੇ ਆ, ਇਹ ਉਮੀਦ ਆਸ ਰੱਖੀ ਜਾ ਸਕਦੀ ਹੈ? 4.5 ਸਾਲ ਤਾਂ ਨਿਕਲ ਗਏ, ਹੁਣ 6 ਮਹੀਨਿਆਂ 'ਚ ਜਿੱਦਾਂ ਕਲੇਰ ਜੀ ਨੇ ਕਿਹਾ ਬੇਸ਼ੱਕ ਜਨਪਦ ਦਾ ਏਜੰਡਾ ਹੈ, ਜੋ ਵੀ ਹੈ ਨਿਆਂ ਮਿਲੇਗਾ ਇਸ ਮੁੱਦੇ ਤੇ? ਸਵੈਜ ਜੀ। ਦੇਖੋ ਜੀ, ਮੈਂ ਤਾਂ ਬਿਲਕੁਲ ਸਪਸ਼ਟ ਗੱਲ ਕਰਦਾ ਜਿਵੇਂ ਸਾਹਿਬ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਰ ਕਾਂਗਰਸ ਸਰਕਾਰ ਨੇ ਇਨਸਾਫ ਨਾ ਕੀਤਾ ਤਾਂ ਜੋ ਅਕਾਲੀਆਂ ਨਾਲ ਹੋਇਆ ਉਹ ਕਾਂਗਰਸ ਨਾਲ ਹੋਏਗਾ। ਇਹ ਬਿਲਕੁਲ ਠੀਕ ਕਹਿ ਰਹੇ ਨੇ, 100% ਸੱਚ ਹੈਗਾ। ਅਗਰ ਅਸੀਂ ਹੁਣ ਵੀ ਇਨਸਾਫ ਨਾ ਕੀਤਾ ਤਾਂ ਜਿਹੜਾ ਹੈਗਾ ਫਿਰ ਸਿੱਟੇ ਤਾਂ ਭੁਗਤਣੇ ਪੈਣਗੇ ਨਾ ਜੀ, ਨਤੀਜੇ ਭੁਗਤਣੇ ਪੈਣਗੇ। ਧੰਨਵਾਦ। ਹੈਗੀ ਹੈ ਇਹ ਬਹੁਤ ਜਲਦ ਇਹਦਾ ਇਨਸਾਫ ਜਿਹੜਾ ਹੈਗਾ ਉਹ ਕਰੇਗੀ, ਬਿਲਕੁਲ ਕਰੇਗੀ। ਇਸ ਦਲੇਰ ਨਾਲ ਟਿੱਪਣੀ ਲਈ ਸਵੈਜ ਜੀ ਧੰਨਵਾਦ। ਇਸ ਅਹਿਮ ਤੇ ਭਾਵੁਕ ਮੁੱਦੇ ਤੇ ਆਉਣ ਲਈ ਕਲੇਰ ਜੀ, ਸਵੈਜ ਜੀ, ਅਮਰਿੰਦਰ ਜੀ ਤਿੰਨਾਂ ਹੀ ਮਹਿਮਾਨਾਂ ਦਾ ਮੈਂ ਧੰਨਵਾਦੀ ਹਾਂ। ਪਰ ਮਾਮਲਾ ਬੜਾ ਵੱਡਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ, ਦੋਸ਼ੀ ਜਿਹੜੇ ਵੀ ਹੋਣ, ਸੱਚ ਸਾਹਮਣੇ ਆਉਣਾ ਚਾਹੀਦਾ। ਸਾਰੀਆਂ ਤਰ੍ਹਾਂ ਦੀ ਇੱਕੋ ਮੰਗ ਹੈ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।